ਅੱਗੇ ਜਿਵੇਂ ਜੀਵਨ ਦੀ ਕਥਾ ਹੈ ਉਹ ਪ੍ਰਾਰੰਭ ਹੋਈ ਹੈ। ਇਹ ਗ੍ਰੰਥ ਸ੍ਰੀ ਗੁਰਪ੍ਰਤਾਪ ਸੂਰਜ ਜੋ ਮਹਾਨ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਉਹਨਾਂ ਨੇ ਲਿਖਿਆ ਹੈ। ਇਸ ਦੇ ਵਿੱਚ 12 ਰਾਸਾਂ ਅੰਦਰ 8 ਗੁਰੂ ਸਾਹਿਬਾਨਾਂ ਦਾ ਜੀਵਨ ਉਹਨਾਂ ਕਥਨ ਕੀਤਾ ਹੈ। ਦੂਸਰੇ ਪਾਤਸ਼ਾਹ ਜੀ ਤੋਂ ਲੈ ਕੇ 9ਵੇਂ ਪਾਤਸ਼ਾਹ ਜੀ ਤੱਕ ਇਹ ਕਥਾ ਆਪਾਂ ਸਰਵਣ ਕਰ ਚੁੱਕੇ ਹਾਂ। 12ਵੀਂ ਰਾਸ ਦੀ ਸਮਾਪਤੀ ਹੋਈ ਹੈ। ਅੱਗੇ ਜਿਵੇਂ ਉਹਨਾਂ ਨੇ ਭਾਗ ਬਣਾਏ ਹੋਏ ਇਸ ਗ੍ਰੰਥ ਦੇ ਰਾਸਾਂ ਤੋਂ ਅੱਗੇ ਰੁੱਤਾਂ ਦੇ, ਉਸ ਅਨੁਸਾਰ ਪਹਿਲੀ ਰੁੱਤ ਪ੍ਰਾਰੰਭ ਹੋਈ ਹੈ। ਉਹਦਾ ਪਹਿਲਾ ਅਧਿਆਇ ਕੁਝ ਕੁ ਆਪਾਂ ਉਸ ਦਿਨ ਸਰਵਣ ਕੀਤਾ ਸੀ। ਗੁਰੂ ਸਾਹਿਬਾਨਾਂ ਦੀ ਵਡਿਆਈ ਦੇ ਵਿੱਚ ਉਹਨਾਂ ਨੇ ਮੰਗਲ ਕਥਨ ਕੀਤੇ ਹੈ। ਹੁਣ ਆਓ ਅੱਗੇ ਜਿਵੇਂ ਅੱਜ ਕੁਝ ਕੁ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬਾਰੇ ਭਾਈ ਸੰਤੋਖ ਸਿੰਘ ਸਾਹਿਬ ਜਾਣਕਾਰੀ ਦਿੰਦੇ ਨੇ। ਕਲਗੀਧਰ ਪਾਤਸ਼ਾਹ ਜੀ ਦਾ ਵੀਰਦਾਸੀ ਰੂਪ ਚਿਤਰਨ ਕਰਦੇ ਨੇ। ਆਪਣੀ ਅਰਦਾਸ ਬੇਨਤੀ ਇਸ ਅਧਿਆਇ ਦੇ ਵਿੱਚ ਕਥਨ ਕਰਦੇ ਨੇ। ਜਿਵੇਂ ਪ੍ਰਸੰਗ ਆ ਰਹੇ ਨੇ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਜ ਗੁਰੂ ਪ੍ਰਤਾਪ ਤੇ। ਸੋ ਏਦਾਂ ਕਹਿੰਦੇ ਹੈ ਕਿ ਜਿਵੇਂ ਸੂਰਜ ਚੜ੍ਹਦਾ ਹੈ ਤੇ ਸਾਲ ਦੇ ਵਿੱਚ 12 ਰਾਸਾਂ ਦੇ ਰਾਹੀਂ ਲੰਘ ਕੇ ਪ੍ਰਕਾਸ਼ ਕਰਦਾ ਹੈ, ਇਸੇ ਤਰ੍ਹਾਂ ਇਹ ਗੁਰੂ ਦੇ ਪ੍ਰਤਾਪ ਰੂਪੀ ਸੂਰਜ ਕਰਕੇ ਵਰਣੀ ਦਵਾਦਸ਼ ਰਾਸ। ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਮੈਂ 12 ਰਾਸਾਂ ਵਰਣਨ ਕੀਤੀਆਂ ਨੇ। ਅਸ਼ਟ ਸਾਚ ਪਤਸ਼ਾਹ ਕੇ, ਜਿਹਦੇ ਵਿੱਚ 8 ਸੱਚੇ ਪਾਤਸ਼ਾਹਾਂ ਦੇ ਵਰਨੇ 12 ਗੁਣ ਰਾਸ। ਸਮੂਹ ਸਾਰੇ ਗੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਰਣਨ ਕੀਤੇ ਨੇ। ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਤੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ 8 ਗੁਰੂ ਸਾਹਿਬਾਨਾਂ ਦੀ ਜੀਵਨੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਇਹ ਪਿੱਛੇ 12 ਰਾਸਾਂ ਤੱਕ ਗੁੰਥਨ ਕੀਤੀ ਹੈ। ਦਸ਼ਨਾਇਨ ਉਤਰਾਇਨ। ਹੁਣ ਫਿਰ ਅੱਗੇ ਕਹਿੰਦੇ ਇੱਕ ਦੱਖਣ ਪੱਖ ਹੁੰਦਾ ਸੂਰਜ ਦਾ ਔਰ ਇੱਕ ਉੱਤਰ ਪੱਖ ਹੁੰਦਾ ਹੈ ਕਿ ਜਿਵੇਂ ਪੋਹ ਦੀ 9 ਤੋਂ ਲੈ ਕੇ ਤੇ ਹਾੜ ਦੀ 9 ਤਰੀਕ ਤੱਕ ਕਹਿੰਦੇ ਕਿ ਉਤਰਾਇਣ ਪੱਖ ਹੁੰਦਾ ਹੈ ਔਰ ਬਾਕੀ ਜਿਹੜਾ ਸਮਾਂ ਹੈ ਉਹਨੂੰ ਦਖਨੈਣ ਆਖਿਆ ਜਾਂਦਾ ਹੈ। ਭਾਈ ਵੀਰ ਸਿੰਘ ਸਾਹਿਬ ਜਿਹੜਾ ਲਿਖਦੇ ਨੇ ਕਿ ਜਿਵੇਂ ਅੰਗਰੇਜ਼ੀ ਦੇ ਹਿਸਾਬ ਮੁਤਾਬਕ 21 ਜੂਨ ਤੇ 22 ਦਸੰਬਰ ਨੂੰ ਸੂਰਜ ਐਨ ਦੇ ਅੰਤ ਤੇ ਕਹਿੰਦੇ ਅੱਪੜਦਾ ਹੈ। ਐਨ 6 ਰਾਸਾਂ ਦਾ ਅਰਧ ਚੱਕਰ ਹੈ ਤੇ 23 ਦਸੰਬਰ ਤੋਂ 21 ਜੂਨ ਤੱਕ ਸੂਰਜ ਉੱਤਰ ਵੱਲ ਨੂੰ ਰੁਖ ਕਰ ਜਾਂਦਾ ਹੈ। ਇਸ ਕਰਕੇ ਸਾਲ ਦੇ ਸੱਜੇ ਪੱਖ ਨੂੰ ਉਤਰਾਇਣ ਕਿਹਾ ਜਾਂਦਾ ਹੈ ਔਰ ਅੱਧੇ ਪੱਖ ਨੂੰ ਦਖਨੈਣ ਕਿਹਾ ਜਾਂਦਾ ਹੈ। ਤੋ ਇਸ ਤਰ੍ਹਾਂ ਇਹ 2 ਪੱਖ ਨੇ ਸੂਰਜ ਦੇ, ਇੱਕ ਉੱਤਰ ਪੱਖ ਹੈ, ਇੱਕ ਦਖਨੈਣ ਪੱਖ ਹੈ। ਤੋ ਇਹ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ, ਮੈਂ ਵੀ ਕਹਿੰਦੇ ਇਸ ਗ੍ਰੰਥ ਦੇ ਇੱਕ ਉਤਰਾਇਣ ਅਤੇ ਇੱਕ ਦਖਨੈਣ ਇਹ 2 ਪੱਖ ਬਣਾ ਕੇ ਐਨ
ਬਣेंगे दोए। ਅਤੇ ਅੱਗੇ ਹੋਰ 2 ਐਣ ਇਹਦੇ ਬਣਨਗੇ। ਬਰਤਤ ਰੁੱਤ ਜੇ ਖਸ਼ਟ ਸ਼ੁਭ। ਜਿਵੇਂ ਕਹਿੰਦੇ 6 ਬੜੀਆਂ ਸ਼੍ਰੇਸ਼ਟ ਰੁੱਤਾਂ ਵਰਤਦੀਆਂ ਹਨ। ਤਿੰਨ ਪਰ ਵਰਣਨ ਹੋਏ। ਹੁਣ ਉਹਨਾਂ ਰੁੱਤਾਂ ਦੇ ਉੱਪਰ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੀਵਨ ਵਰਣਨ ਹੋਵੇਗਾ। ਪ੍ਰਥਮ ਕਰੀ ਕਵਤਾ ਰੁਚਰ। ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਹੈ ਕਿ ਇਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਚਨ ਤੋਂ ਪਹਿਲਾਂ ਵੀ ਇੱਕ ਬੜੀ ਸੋਹਣੀ ਮੈਂ ਕਵਿਤਾ ਰਚੀ ਹੈ। ਸ੍ਰੀ ਨਾਨਕ ਪ੍ਰਕਾਸ਼। ਜਿਸ ਗ੍ਰੰਥ ਦਾ ਨਾਮ ਸ੍ਰੀ ਗੁਰੂ ਨਾਨਕ ਪ੍ਰਕਾਸ਼ ਹੈ। ਪੂਰਬਾ ਅਰਧ ਉੱਤਰਾ ਅਰਧ। ਉਸ ਦੇ ਵੀ 2 ਹਿੱਸੇ ਬਣਾਏ ਹੈ, ਇੱਕ ਪੂਰਬਾਰਧ ਔਰ ਇੱਕ ਉੱਤਰਾਰਧ। ਪੂਰਬਾਰਧ ਤੋਂ ਭਾਵ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਹੈ। ਆਗਮਨ ਹੋ ਕੇ ਜਿਹੜੇ ਕੁਝ ਕੌਤਕ ਕੀਤੇ ਨੇ ਉਹ ਪਹਿਲੇ ਹਿੱਸੇ ਵਿੱਚ ਰੱਖੇ, ਉਹਨੂੰ ਉੱਤਰ ਪੱਖ ਕਹਿ ਦਿੱਤਾ, ਇਹ ਪੂਰਬਾਰਧ ਕਹਿ ਦਿੱਤਾ। ਔਰ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਜੋਤੀ ਜੋ ਸਮਾਉਣ ਲੱਗਦੇ ਨੇ ਤੇ ਉਸ ਪੱਖ ਦੇ ਵਿੱਚ ਜਿਹੜੇ ਪ੍ਰਸੰਗ ਆਏ ਨੇ ਉਹਨਾਂ ਨੂੰ ਉੱਤਰਾਰਧ ਨਾਮ ਦੇ ਕਰਕੇ ਇੱਦਾਂ ਇਹ 2 ਪੱਖ ਬਣਾ ਕੇ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜੀਵਨ ਦੀ ਗਾਥਾ ਲਿਖੀ ਹੈ ਛੰਦਾਬੰਦੀ ਅੰਦਰ। ਵਰਨੇ ਗੁਣ ਰਾਸ। ਇਸ ਤਰ੍ਹਾਂ ਉਸ ਗ੍ਰੰਥ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੂਹ ਜਸ ਨੂੰ ਗੁਣਾਂ ਨੂੰ ਕਥਨ ਕੀਤਾ ਹੈ। ਆਪ ਕਲਗੀਧਰ ਕੀ ਕਥਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਕਿ ਸਰੋਤਾ ਜਣੋ, ਹੁਣ ਜਿਹੜੇ ਮੇਰੇ ਕਲਗੀਧਰ ਪਿਆਰੇ ਪਾਤਸ਼ਾਹ ਜੀ ਹਨ, 10ਵੇਂ ਪਾਤਸ਼ਾਹ, ਉਹਨਾਂ ਦੇ ਜੀਵਨ ਦੀ ਜੋ ਕਥਾ ਹੈ। ਖਸ਼ਟ ਰੁੱਤਨ ਪਰ ਹੋਏ। ਇਹ ਹੁਣ 6 ਰੁੱਤਾਂ ਦੇ 2 ਅੱਗੇ ਜਿਹੜੇ ਕੁਝ ਪੱਖ ਹੈ ਇਹਨਾਂ ਦੇ ਵਿੱਚ ਹੀ ਸਾਰੀ ਮਹਾਰਾਜ ਜੀ ਦੇ ਜੀਵਨ ਦੀ ਕਥਾ ਹੋਵੇਗੀ। ਗੁਰ ਪ੍ਰਤਾਪ ਸੂਰਜ ਭਇਓ। ਇਹਦਾ ਗੁਰੂ ਦੇ ਪ੍ਰਤਾਪ ਦਾ ਹੀ ਇਹ ਸੂਰਜ ਗ੍ਰੰਥ ਹੋਇਆ ਹੈ। ਗੁਰੂ ਰੂਪੀ ਸੂਰਜ ਦਾ ਤੇਜ ਪ੍ਰਤਾਪ ਦਾ ਹੀ ਗ੍ਰੰਥ ਬਣਿਆ ਹੈ। ਜਾਂ ਤੇ ਸਭ ਗਦਯੋਏ। ਜਾਂ ਜਿਸ ਕਰਕੇ ਕਹਿੰਦੇ ਸੂਰਜ ਦੀ ਚਾਲ ਵਾਂਗੂ ਹੀ ਇਹਨੂੰ ਸਾਰੇ ਦੇਖਣਾ ਕਰੋ ਕਿ ਜਿਵੇਂ ਸੂਰਜ ਦੀ ਚਾਲ ਚੱਲਦੀ ਹੈ ਨਾ, ਹਰੇਕ ਰਾਸ ਬਦਲਦੀ ਜਾਂਦੀ ਹੈ। ਸਾਲ ਵਿੱਚ 12 ਰਾਸਾਂ, ਸਾਲ ਵਿੱਚ 6 ਰੁੱਤਾਂ, ਸਾਲ ਵਿੱਚ 2 ਪੱਖ ਨੇ, ਉੱਤਰੈਣ ਦੱਖਣੈਣ। ਇੱਦਾਂ ਹੀ ਕਹਿੰਦੇ ਗੁਰੂ ਦਾ ਪ੍ਰਤਾਪ ਰੂਪੀ ਇਹ ਸੂਰਜ ਗ੍ਰੰਥ ਹੈ। ਇਹਦੇ ਵਿੱਚ ਤੁਸੀਂ ਉਸੇ ਤਰ੍ਹਾਂ ਹੀ ਸਾਰੇ ਭਾਗ ਦੇਖਣਾ ਕਰੋ। ਕਥੋ ਕਥਾ ਕੋ ਜਥਾ ਮਤ। ਕਵੀ ਜੀ ਆਪਣੀ ਨਿਰਮਾਣਤਾ ਦੱਸਦੇ ਹੈ, ਕਹਿੰਦੇ ਮੇਰੇ ਕੋਲ ਜਿੰਨੀ ਕੁ ਮੱਤ ਹੈ ਉਸ ਅਨੁਸਾਰ ਹੀ ਮੈਂ ਗੁਰੂ ਸਾਹਿਬ ਜੀ ਦੇ ਜੀਵਨ ਦੀ ਕਥਾ ਕਹਾਂਗਾ। ਕਥਾ ਸੁਣੋ ਸਿੱਖ ਸੰਤ। ਇਹ ਸਰੋਤਾ ਜਣੋ, ਪਿਆਰੇ ਸਿੱਖੋ ਅਤੇ ਸੰਤ ਮਹਾਂਪੁਰਖੋ, ਤਥਾ ਉਸੇ ਤਰੀਕੇ ਦੇ ਨਾਲ ਹੀ ਤੁਸੀਂ ਇਹ ਕਥਾ ਸੁਣੋ। ਹੋਏ ਪ੍ਰਸੰਨ ਵਰ ਦੀਜੀਐ। ਇੱਥੋਂ ਇਹ ਪਤਾ ਚੱਲਦਾ ਕਿ ਜਦੋਂ ਭਾਈ ਸੰਤੋਖ ਸਿੰਘ ਜੀ ਇਹ ਕਥਾ ਲਿਖ ਰਹੇ ਨੇ ਤਾਂ ਸੁਭਾਵਿਕ ਹੈ ਕਿ ਉੱਥੇ ਬਹੁਤ ਸਾਰੇ ਸਿੱਖ ਨੇ ਔਰ ਬਹੁਤ ਸਾਰੇ ਕੁਝ ਉੱਚੇ ਜੀਵਨ ਵਾਲੇ ਗੁਰਮੁਖ ਪਿਆਰੇ ਸੰਤ ਮਹਾਂਪੁਰਖ ਵੀ ਬੈਠੇ ਨੇ, ਜਿਨ੍ਹਾਂ ਨੂੰ ਮੁਖਾਤਿਬ ਹੋ ਕੇ ਭਾਈ ਸੰਤੋਖ ਸਿੰਘ ਜੀ ਇਹ ਕਹਿ ਰਹੇ ਨੇ ਸ਼ਬਦ। ਭਾਵ ਉੱਥੇ ਬਹੁਤ ਸਾਰੇ ਗੁਰਸਿੱਖ ਸੰਤ ਮਹਾਤਮਾ ਬੈਠੇ ਸਾਰੀ ਕਥਾ ਸੁਣਦੇ ਪਏ ਨੇ। ਤੋ ਭਾਈ ਸੰਤੋਖ ਸਿੰਘ ਜੀ ਵੀ ਕਹਿੰਦੇ, ਐ ਸਿੱਖ ਜਨੋ, ਇਹ ਸੰਤ ਮਹਾਂਪੁਰਸ਼ੋ, ਮੇਰੇ ਕੋਲ ਜਿੰਨੀ ਕੁ ਮੱਤ ਹੈ, ਜਿੰਨੀ ਕੁ ਅਕਲ ਹੈ ਮੇਰੇ ਕੋਲ ਜਿਵੇਂ ਦੀ, ਉਸੇ ਤਰ੍ਹਾਂ ਹੁਣ ਮੈਂ ਕਥਾ ਨੂੰ ਕਹਾਂਗਾ। ਹੋਏ ਪ੍ਰਸੰਨ ਵਰ ਦੀਜੀਐ। ਤੇ ਐ ਗੁਰਸਿੱਖੋ, ਤੁਸੀਂ ਮੇਰੇ ਤੇ ਖੁਸ਼ ਹੋ ਕੇ ਤੇ ਮੈਨੂੰ ਇਹ ਵਾਰੀ ਦੇਣਾ ਕਰੀਏ। ਮੇਰੇ ਗੁਰੂ ਭਗਵੰਤ। ਕਿ ਮੈਨੂੰ ਗੁਰੂ ਤੇ ਭਗਵੰਤ, ਮੈਨੂੰ ਭਗਵੰਤ ਸਰੂਪ ਗੁਰੂ ਗੋਬਿੰਦ ਸਿੰਘ ਜੀ ਮਿਲ ਪੈਣ, ਜਾਂ ਗੁਰੂ ਮਿਲ ਕੇ ਤੇ ਮੈਨੂੰ ਭਗਵੰਤ ਪ੍ਰਮਾਤਮਾ ਮਿਲ ਪਵੇ। ਜਿਨ ਕੀ ਕਿਰਪਾ ਕਟਾਸ਼ ਤੇ। ਇੰਨੀ ਨਿਰਮਾਣਤਾ, ਇੰਨਾ ਪਿਆਰ ਹੈ ਗੁਰਸਿੱਖਾਂ ਦੇ ਨਾਲ ਭਾਈ ਸੰਤੋਖ ਸਿੰਘ ਜੀ ਦਾ। ਐਸਾ ਪ੍ਰੇਮ ਪ੍ਰਗਟ ਕਰ ਰਿਹਾ ਕਿ ਐ ਸਿੱਖੋ, ਜੇ ਕਥਾ ਸੁਣਨੀ ਹੈ ਨਾ ਤੁਸੀਂ, ਤਾਂ ਮੈਨੂੰ ਕੁਝ ਹੋਰ ਲਾਲਚ ਨਹੀਂ ਹੈ ਕਥਾ ਸੁਣਾਉਣ ਦਾ। ਬਸ ਇਹੀ ਲਾਲਚ ਹੈ ਕਿ ਮੈਨੂੰ ਗੁਰੂ ਦੇ ਦਰਸ਼ਨ ਹੋ ਜਾਣ, ਮੈਨੂੰ ਪ੍ਰਮਾਤਮਾ ਮਿਲ ਪਵੇ। ਐਸੀ ਵਿਸ਼ਾਲਤਾ ਕਵੀ ਭਾਈ ਸੰਤੋਖ ਸਿੰਘ ਜੀ ਦੇ ਹਿਰਦੇ ਦੀ ਹੈ ਔਰ ਸਿੱਖਾਂ ਦੀ ਅੱਗੇ ਬੇਨਤੀ ਕਰਦੇ ਹੈ। ਐਸਾ ਪ੍ਰੇਮ ਹੈ ਗੁਰੂ ਕੇ ਸਿੱਖਾਂ ਦੇ ਨਾਲ। ਅੰਤ ਪਦ ਸੁਖ ਪਾਏ। ਜਿਨ੍ਹਾਂ ਦੀ ਕਹਿੰਦੇ ਕਿਰਪਾ ਦੀ ਕਟਾਕਸ਼, ਇੱਕ ਮਿਹਰ ਦੀ ਨਿਗਾਹ ਕਰਕੇ, ਦ੍ਰਿਸ਼ਟੀ ਕਰਕੇ
ਲੋਕ ਪ੍ਰਲੋਕ ਦੇ ਸੁਖ ਪਾ ਲਈਦੇ ਐ। ਸੋ ਕਿਉ ਮਨਹੁ ਵਿਸਾਰੀਐ। ਇਸ ਕਰਕੇ ਐਸੇ ਗੁਰੂ ਨੂੰ, ਪਰਮੇਸ਼ਰ ਨੂੰ ਭਾਈ ਕਿਉਂ ਆਪਣੇ ਮਨ ਵਿੱਚੋਂ ਭੁਲਾ ਦੇਈਏ। ਰੱਖੋ ਹਿਰਦੈ ਬਸਾਏ। ਉਸ ਗੁਰੂ ਨੂੰ, ਭਗਵੰਤ ਨੂੰ ਸਦਾ ਹੀ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖੀਏ। ਸਤਿਗੁਰ ਸਿੱਖਣ ਕੇ ਉਚਿਤ। ਇਹ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋ ਬੜੀ ਵਿਚਿੱਤਰ ਕਥਾ ਹੈ, ਇਹ ਤਾਂ ਸਿੱਖਾਂ ਦੇ ਸੁਣਨ ਦੇ ਯੋਗ ਹੈ। ਸਤਿਗੁਰ ਕਥਾ ਬਚਿੱਤਰ। ਜੋ ਸਤਿਗੁਰੂ ਮਹਾਰਾਜ ਜੀ ਦੀ ਬੜੀ ਅਨੋਖੀ ਕਥਾ ਹੈ ਨਾ, ਇਹ ਸਤਿਗੁਰੂ ਦੇ ਸਿੱਖਾਂ ਦੇ ਸੁਣਨ ਯੋਗ ਹੈ। ਭਾਵੇਂ ਸਿੱਖਾਂ ਨੂੰ ਸੁਣਨੀ ਚਾਹੀਦੀ ਹੈ ਜੋ ਗੁਰੂ ਕੀ ਕਥਾ ਹੈ। ਸੁਣਿਆ ਮਿੱਤਰ ਇਕੱਤਰ ਚਿੱਤ। ਕਿੱਦਾਂ ਸੁਣਨੀ ਹੈ? ਕਵੀ ਜੀ ਕਹਿੰਦੇ ਐ ਮਿੱਤਰ ਜਣੋ, ਆਪਣੇ ਚਿੱਤ ਨੂੰ ਇਕੱਤਰ ਕਰਕੇ, ਭਾਵ ਆਪਣਾ ਚਿੱਤ ਬੜਾ ਵਹਿੰਦਾ ਰਹਿੰਦਾ, ਕਦੀ ਇਹਨਾਂ ਖਿਆਲਾਂ 'ਚ ਤੇ ਕਦੀ ਉਹਨਾਂ ਖਿਆਲਾਂ 'ਚ। ਇਹਨਾਂ ਖਿਆਲਾਂ ਦੇ ਵਹਿਣ ਤੋਂ ਆਪਣੇ ਮਨ ਨੂੰ ਇਕੱਤਰ ਕਰਕੇ ਰੋਕ ਕੇ ਤੇ ਗੁਰੂ ਸਾਹਿਬ ਜੀ ਦੀ ਪਵਿੱਤਰ ਕਥਾ ਸੁਣੀਏ। ਸੁਣੋ ਸਮਸਤ ਪਵਿੱਤਰ। ਹਾਂ, ਜੇ ਸੁਣੋਗੇ ਤੁਸੀਂ ਸਾਰੇ ਤਾਂ ਪਵਿੱਤਰ ਹੋ ਜਾਓਗੇ। ਗੁਰੂ ਦੇ ਜੀਵਨ ਦੀ ਕਥਾ, ਕਿਉਂ ਗੁਰੂ ਆਪ ਪਵਿੱਤਰ ਹੈ, ਔਰ ਗੁਰੂ ਦੇ ਜੀਵਨ ਦੀ ਕਥਾ ਜਿਹੜਾ ਸੁਣਦਾ ਏ ਉਹਨੂੰ ਵੀ ਪਵਿੱਤਰ ਹੀ ਪਵਿੱਤਰ ਕਰ ਦਿੰਦੀ ਹੈ। ਸਵਈਆ ਰਾਸ ਬੀਰ ਭਰੇ ਜਨ ਤੀਰ ਕਰੇ। ਅੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਕਥਨ ਕਰਦੇ ਹੈ ਕਿ ਜਿਨ੍ਹਾਂ ਦੀ ਮੈਂ ਹੁਣ ਤੁਹਾਨੂੰ ਕਥਾ ਸੁਣਾਉਣ ਲੱਗਾ ਹਾਂ, ਕਵੀ ਜੀ ਕਹਿੰਦੇ ਸੁਣੋ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੈਸੇ ਨੇ। ਰਸ ਬੀਰ ਭਰੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬੀਰ ਰਸ ਦੇ ਵਿੱਚ ਭਰੇ ਹੋਏ ਹਨ। ਜਨ ਧੀਰ ਕਰੇ, ਤੇ ਜਿਹੜੇ ਮਹਾਰਾਜ ਜੀ ਦੇ ਸੇਵਕ ਨੇ ਨਾ, ਉਹਨਾਂ ਨੂੰ ਸਤਿਗੁਰੂ ਜੀ ਧੀਰਜਤਾ ਬਖਸ਼ਦੇ ਨੇ, ਹੌਸਲਾ ਦਿੰਦੇ ਨੇ। ਜਿਵੇਂ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਸੰਗਤ ਜੀ 10 ਲੱਖ ਫੌਜਾਂ ਦਿੱਲੀ ਤੋਂ ਤੇ ਬਾਕੀ ਪਹਾੜੀ ਰਾਜੇ ਆਦਿਕ ਇਕੱਠੀਆਂ ਹੋ ਕੇ ਆ ਗਈਆਂ, ਘੇਰਾ ਪੈ ਗਿਆ ਤੇ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਫੌਜਾਂ ਬਹੁਤ ਜ਼ਿਆਦੀਆਂ ਇਕੱਠੀਆਂ ਹੋ ਗਈਆਂ ਨੇ, ਆਪ ਕਰੋ ਕਿਰਪਾ। ਸਤਿਗੁਰੂ ਮਹਾਰਾਜ ਜੀ ਮੁਸਕਰਾਏ ਤੇ ਮਹਾਰਾਜ ਜੀ ਕਹਿਣ ਲੱਗੇ, ਟਿੱਡੀ ਦਲ ਕੀ ਆਖਦਾ ਸਿੰਘੋ ਤੁਹਾਨੂੰ, ਇਹਨੇ ਤਾਂ ਤੁਹਾਡੀ ਬਹਾਦਰੀ ਦੇ ਕਿਸੇ ਦੁਨੀਆ ਦੇ ਵਿੱਚ ਦਿਖਾਉਣੇ ਨੇ, ਕਰਨ ਨੂੰ ਤਾਂ ਆਪਾਂ ਕੁਝ ਵੀ ਕਰ ਸਕਦੇ ਹਾਂ। ਇੱਕ ਤੀਰ ਮਾਰਨ ਚਲਾ ਕੇ ਤੇ ਕਹਿੰਦੇ 10,000 ਦੇ ਵਿੱਚੋਂ ਦੀ ਕੱਢ ਦਿੱਤਾ ਸੀ, ਸਦਾ ਦੀ ਨੀਂਦੇ ਸੁਆ ਦਿੱਤੇ ਸਨ। ਮਹਾਰਾਜ ਜੀ ਕਹਿੰਦੇ ਜੀ ਅਸੀਂ ਚਾਹੀਏ ਤੇ ਇੱਕ ਤੀਰ ਦੇ ਨਾਲ ਸਾਰੀ ਜਿੰਨੀ ਫੌਜ ਨਾਸ਼ ਕਰਕੇ ਰੱਖ ਦਈਏ, ਪਰ ਅਸੀਂ ਤੁਹਾਨੂੰ ਵਡਿਆਈਆਂ ਬਖਸ਼ਣੀਆਂ ਚਾਹੁੰਦੇ ਹਾਂ ਖਾਲਸਾ ਜੀ। ਇਸ ਕਰਕੇ ਤੁਸੀਂ ਹੌਸਲਾ ਰੱਖੋ, ਧੀਰਜਤਾ ਰੱਖੋ, ਇਹ ਕੁਝ ਵੀ ਨਹੀਂ ਤੁਹਾਡਾ ਵਿਗਾੜ ਸਕਦੇ ਨੇ। ਤੁਸੀਂ ਆਪਣੀ ਬਹਾਦਰੀ ਦੇ ਦਿਖਾਓ ਔਰ ਤੁਹਾਡੀ ਬਹਾਦਰੀ ਦੇ ਕਿਸੇ ਦੁਨੀਆ ਦੇ ਵਿੱਚ ਉਦਾਹਰਨਾਂ ਬਣਨਗੇ। ਜਿਹੜੀ ਕੌਮ ਦੇ ਲੋਕ ਜਦੋਂ ਮੁਰਦਾ ਹੋ ਜਾਇਆ ਕਰਨਗੇ ਤੇ ਜਦੋਂ ਤੁਹਾਡੀ ਬਹਾਦਰੀ ਦੇ ਕਿਸੇ ਸੁਣਾਏ ਜਾਏ ਕਰਨਗੇ ਤਾਂ ਉਹਨੇ ਮਰਿਆ ਹੋਇਆਂ ਦੇ ਅੰਦਰ ਵੀ ਕਹਿੰਦੇ ਜਾਨ ਪੈ ਜਾਇਆ ਕਰੇਗੀ। ਐਸੀ ਧੀਰਜਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ਦੇ ਹਨ। ਬਹੁ ਪੀੜ ਹਾਰੇ ਪਾਵੰਦਨ ਕੇ। ਫੇਰ ਬਹੁਤ ਸਾਰੀ ਪੀੜਾਂ ਨੂੰ ਨਾਸ਼ ਕਰਦੇ ਐ, ਭਾਵ ਸੰਸਾਰ ਦੇ ਜੰਮਣ ਮਰਨ ਨੂੰ ਨਾਸ਼ ਕਰਦੇ ਹਨ। ਸੁਖ ਮੂਲ ਭਲੇ ਰਿਪ ਸੂਲ ਮਿਲੇ। ਹਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਸੁੱਖਾਂ ਦੇ ਮੁੱਢ ਨੇ, ਭਲੇ ਚੰਗੇ ਤਰੀਕੇ ਦੇ ਨਾਲ। ਰਿਪ ਜਿਹੜੇ ਸ਼ਤਰੂ ਹੈ ਉਹਨਾਂ ਨੂੰ ਤਾਂ ਸੂਲ ਦੇ ਵਾਂਗ ਹੋ ਕੇ ਮਿਲਦੇ ਹਨ। ਅਨਕੂਲ ਟਲੇ ਅਕੰਦਨ ਕੇ। ਜਿਹੜੇ ਮਹਾਰਾਜ ਜੀ ਦੇ ਅਨੁਕੂਲ ਹੈ ਸਾਧ ਸੰਗਤ, ਭਾਵ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣੇ ਦੇ ਵਿੱਚ ਨੇ। ਜਿਵੇਂ ਮਹਾਰਾਜ ਜੀ ਦਾ ਹੁਕਮ ਹੈ, ਗੁਰੂ ਦੇ ਹੁਕਮ ਨੂੰ ਸੱਚਾ ਔਰ ਮਿੱਠਾ ਕਰਕੇ ਮੰਨਦੇ ਨੇ, ਰਹਿਤ ਬਹਿਤ ਦੇ ਵਿੱਚ ਪੂਰੇ ਹੈ, ਨਿਤਨੇਮ ਦੇ ਵਿੱਚ ਪੂਰੇ ਨੇ, ਗੁਰੂ ਕੀ ਆਗਿਆ ਨੂੰ ਸੱਤ ਕਰਕੇ ਮੰਨਦੇ ਨੇ। ਮਹਾਰਾਜ ਕਹਿੰਦੇ ਹੈ ਉਹਨਾਂ ਦੇ ਅਨੁਸਾਰ ਹੀ ਮਹਾਰਾਜ ਜੀ ਢਲ ਜਾਂਦੇ ਨੇ। ਅਗ ਕੰਦਨ, ਅਗ ਪਾਪਾਂ ਨੂੰ ਕੰਦਨ ਨਾਸ਼ ਕਰਨ ਵਾਲੇ ਹਨ। ਸਿੱਖ ਪਾਠ ਹਿਲੇ ਦੁਖ ਦੋਹ ਦਲੇ। ਜਿਨ੍ਹਾਂ ਸਿੱਖਾਂ ਦੇ ਦਿਲ ਗੁਰੂ ਦੇ ਪਾਠ ਦੇ ਵਿੱਚ ਹਿਲ ਗਏ ਹੈ, ਗਿੱਝ ਗਏ ਹਨ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਸਾਰੇ ਦੁੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਲ ਦਿੰਦੇ ਹੈ, ਨਾਸ਼ ਕਰ ਦਿੰਦੇ ਹੈ।
ਉਹਨਾਂ ਦੇ ਦੋਸ਼ ਵੀ ਨਾਸ਼ ਕਰ ਦਿੰਦੇ ਹਨ। ਕਰ ਕਾਜ ਚਲੇ ਸੋ ਅਨੰਦਨ ਕੇ। ਫਿਰ ਕਹਿੰਦੇ ਆ ਕਿ ਬੜੇ ਆਨੰਦ ਦੇ ਨਾਲ ਸਾਰੇ ਕੰਮਾਂ ਨੂੰ ਕਰਦੇ ਜਾਂਦੇ ਹਨ। ਆਤਮ ਮਿੱਤਰ ਪਵਿੱਤਰ ਪਚਿੱਤਰ ਚਰਿਤਰਤ। ਇਹ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਛੇ ਕਰਕੇ ਮਿੱਤਰ ਹੀ ਹਨ, ਜਿਨ੍ਹਾਂ ਦੇ ਚਰਿੱਤਰ ਬੜੇ ਪਵਿੱਤਰ ਔਰ ਬਚਿੱਤਰ ਕਹੀਏ ਅਨੋਖੇ ਹਨ। ਤੇਗ ਬਹਾਦਰ ਨੰਦਨ ਕੇ। ਕਿੰਨਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ। ਚਿਤ ਦਾ ਚਿਤ ਕੀ ਨਿਤ ਦਾ ਬਿਤ ਕੀ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਥਾ ਸੁਣਨ ਦਾ ਕੀ ਲਾਭ ਹੈ। ਅੱਜ ਸੰਗਤ ਜੀ ਕਥਾ ਆਪਾਂ ਆਰੰਭ ਹੀ ਤਕਰੀਬਨ ਕਰ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ। ਤੇ ਕਵੀ ਜੀ ਪਹਿਲਾਂ ਹੀ ਸਾਨੂੰ ਕਥਾ ਦਾ ਮਹਾਤਮ ਦੱਸ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਜੋ ਆਪਾਂ ਕਥਾ ਸੁਣਨ ਵਾਸਤੇ ਬੈਠੇ ਹਾਂ ਨਾ, ਇਹ ਕਥਾ ਸਾਨੂੰ ਕੀ ਦੇਵੇਗੀ। ਤਾਂ ਸਮਝਾਉਂਦੇ ਨੇ ਕਿ ਸਿੱਖੋ ਥਿਤ ਦਾ ਚਿੱਤ ਕੀ। ਗੁਰੂ ਕੀ ਜੀਵਨ ਦੀ ਪਵਿੱਤਰ ਕਥਾ ਸਾਡੇ ਚਿੱਤ ਦੀ ਬਿਰਤੀ ਨੂੰ ਟਿਕਾਉਣ ਵਾਲੀ ਹੈ। ਨਿਤ ਦਾ ਬਿਤ ਕੀ, ਬਿਤ ਨਾਮ ਹੈ ਧਨ ਦਾ, ਅਤੇ ਨਿਤ ਹੀ ਧਨ ਨੂੰ ਦੇਣ ਵਾਲੀ ਹੈ। ਹਿਤ ਦਾ ਨਿਤ ਕੀ। ਫਿਰ ਨਿਤ ਹਿਤ ਦਾ, ਨਿਤ ਨਿਤ ਹੀ ਹਿਤ ਦਾ ਕਹੀਏ ਬੜਾ ਪ੍ਰੇਮ ਦੇਣ ਵਾਲੀ ਹੈ। ਸੁਨ ਹੰਤ ਜਰੀ। ਫਿਰ ਕਹਿੰਦੇ ਹੈ ਕਿ ਸੁਣ ਹੰਤ ਜਰੀ, ਜਿਸ ਨੂੰ ਸੁਣ ਕਰਕੇ ਸਾਰੇ ਹੀ ਸੰਗਤ ਜੀ ਜਰੀ ਬੁਢੇਪੇ ਦੇ ਜਿਹੜੇ ਰੋਗ ਨੇ ਜਾਂ ਜੜਤਾ ਅਵਸਥਾ ਹੈ ਉਹ ਨਾਸ ਹੀ ਹੋ ਜਾਂਦੀ ਹੈ। ਸ਼ਰਦਾ ਗੁਰ ਕੀ ਸੁਧ ਦਾ ਉਰ ਕੀ। ਹਾਂ, ਇਹ ਕਥਾ ਜਿਹੜੀ ਹੈ ਕਹਿੰਦੇ ਹੈ ਕਿ ਸ਼ਰਧਾ ਗੁਰ ਕੀ, ਗੁਰੂ ਦੀ ਸ਼ਰਧਾ ਦੇਣ ਵਾਲੀ ਹੈ। ਸਾਡੇ ਅੰਦਰ ਗੁਰੂ ਪ੍ਰਤੀ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੀ ਸ਼ਰਧਾ ਪੈਦਾ ਹੋਵੇਗੀ। ਸੁਧ ਦਾ ਉਰ ਕੀ, ਔਰ ਹਿਰਦੇ ਦੀ ਸੁੱਧਤਾ ਕੀ ਹੈ, ਸ਼ੁੱਧੀ ਦੇਣ ਵਾਲੀ ਹੈ, ਹਿਰਦੇ ਨੂੰ ਪਵਿੱਤਰ ਕਰ ਦੇਣ ਵਾਲੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਕਥਾ। ਹਰਤਾ ਜੁਰ ਕੀ ਹੱਥ ਹਰਤਾ ਜੁਰ ਕੀ ਸੁਖ ਪੁੰਜ ਜਰ ਕੀ। ਫਿਰ ਜੁਰ ਨਾਮ ਸੰਗਤ ਜੀ ਤਾਪਾਂ ਦਾ, ਤਿੰਨੇ ਤਾਪਾਂ ਨੂੰ ਹਰਤਾ ਕੀ ਨਾਸ਼ ਕਰਨ ਵਾਲੀ ਹੈ। ਔਰ ਸੁਖ ਪੁੰਜ ਜਰੀ, ਸਮੂਹ ਜਿੰਨੇ ਵੀ ਸੁੱਖ ਨੇ ਉਹਨਾਂ ਨੂੰ ਜੜਨ ਵਾਲੀ ਹੈ, ਸਾਰੇ ਸੁੱਖਾਂ ਨੂੰ ਦੇਣ ਵਾਲੀ ਹੈ ਗੁਰੂ ਜੀ ਦੀ ਕਥਾ। ਸਭ ਸਾਰ ਮਥਾ ਕਿਰਤ ਆਰ ਜਥਾ। ਹਾਂ, ਕਵੀ ਜੀ ਕਹਿੰਦੇ ਹੈ ਸਭ ਸਾਰ, ਜਿੰਨਾ ਵੀ ਸਾਰਾ ਸਿਧਾਂਤ ਹੈ ਨਾ ਉਹਨੂੰ ਮਥਾ ਕੀ ਰਿੜਕ ਕਰਕੇ ਤੇ ਕ੍ਰਿਤ ਆਰ ਜਥਾ, ਜਿਵੇਂ ਸਾਰਾ ਦੁੱਧ ਇਕੱਠਾ ਕਰਕੇ ਜਾਗ ਲਾ ਕੇ ਉਹਨੂੰ ਰਿੜਕ ਲਿਆ ਜਾਂਦਾ ਤੇ ਉਹਦੇ ਵਿੱਚੋਂ ਸੰਗਤ ਜੀ ਸਾਰ ਮੱਖਣ ਤੱਤ ਕੱਢ ਲਿਆ ਜਾਂਦਾ, ਇਹਨਾਂ ਘਿਓ ਕੱਢ ਲਿਆ ਜਾਂਦਾ। ਕਹਿੰਦੇ ਇੱਦਾਂ ਹੀ ਸਾਰੀ ਗੁਰੂ ਸਾਹਿਬ ਦੀ ਜਿੰਨੀ ਵੀ ਕਥਾ ਹੈ ਨਾ, ਇਹ ਤਾਂ ਮਾਨੋ ਸਾਰ ਰੂਪ ਹੀ ਹੈ। ਤੇ ਕ੍ਰਿਤ ਜਥਾ, ਜਿਸ ਤਰ੍ਹਾਂ ਘਿਓ ਨਿਕਲਦਾ ਸਾਰ ਤੱਤ, ਕਹਿੰਦੇ ਘਿਓ ਦੇ ਵਾਂਗ ਹੈ ਸਤਿਗੁਰੂ ਮਹਾਰਾਜ ਦੀ ਜੀਵਨ ਦੀ ਕਥਾ, ਪ੍ਰੇਮ ਪ੍ਰਗਟ ਕਰਨ ਵਾਲੀ ਹੈ। ਇਹ ਚਾਰ ਕਥਾ ਅਜਰਾਨ ਜਰੀ। ਹਾਂ, ਇਹ ਚਾਰ ਕਹਿੰਦੇ ਬੜੀ ਸੁੰਦਰ ਹੈ ਸਤਿਗੁਰੂ ਜੀ ਦੀ ਕਥਾ। ਔਰ ਅਜਰਾਨ ਜਰੀ, ਜਿਹੜੀ ਅਜਰਨ ਸ਼ਕਤੀ ਹੈ ਨਾ, ਉਹਨੂੰ ਜਰਨ ਦੀ ਤਾਕਤ ਸਾਡੇ ਵਿੱਚ ਆ ਜਾਵੇਗੀ। ਜਿਵੇਂ ਘਿਓ ਹੈ ਸੰਗਤ ਜੀ, ਬੜਾ ਇਹ ਤੇਜ਼ ਪਦਾਰਥ ਹੈ, ਇੱਕ ਤਰ੍ਹਾਂ ਦਾ ਬੜੀ ਤਾਕਤ ਵਾਲਾ ਹੈ। ਔਰ ਹਰੇਕ ਬੰਦਾ ਘਿਓ ਨੂੰ ਪਚਾ ਨਹੀਂ ਸਕਦਾ ਹੈ। ਘਿਓ ਨੂੰ ਪਚਾਉਣ ਵਾਸਤੇ ਮਿਹਦਾ ਵੀ ਚਾਹੀਦਾ ਬੰਦਾ। ਘਿਓ ਤਾਂ ਆਪਣੇ ਆਪ ਦੇ ਵਿੱਚ ਇੱਕ ਤਾਕਤ ਵਾਲਾ ਪਦਾਰਥ ਹੈ, ਤਾਕਤ ਦਿੰਦਾ ਹੈ, ਪਰੰਤੂ ਜਿਹੜਾ ਖਾਣ ਵਾਲਾ ਉਹਦਾ ਮਿਹਦਾ ਵੀ ਚਾਹੀਦਾ ਹੈ ਨਾ, ਉਹਨੂੰ ਜਰ ਤਾਂ ਲਵੇ ਪਚਾ ਤਾਂ ਲਵੇ। ਇਸੇ ਤਰ੍ਹਾਂ ਮਹਾਰਾਜ ਜੀ ਕਵੀ ਜੀ ਦੱਸ ਰਹੇ ਨੇ ਕਿ ਜੋ ਗੁਰੂ ਸਾਹਿਬ ਜੀ ਦੇ ਜੀਵਨ ਦੀ ਕਥਾ ਹੈ ਨਾ ਗੁਰਸਿੱਖੋ, ਇਹ ਤਾਂ ਘਿਓ ਦੇ ਵਾਂਗ ਹੈ। ਔਰ ਇਹ ਐਸੇ ਘਿਓ ਦੇ ਵਾਂਗ ਹੈ ਕਥਾ ਕਿ ਜੋ ਸਾਨੂੰ ਜਰਨ ਦੀ ਸ਼ਕਤੀ ਵੀ ਨਾਲ ਨਾਲ ਦੇਈ ਜਾਵੇਗੀ। ਜਿਵੇਂ ਪਹਿਲਵਾਨ ਸਾਧ ਸੰਗਤ ਜੀ ਘਿਓ ਖਾਂਦੇ ਹੈ, ਪਰ ਉਹ ਨਾਲ ਕਸਰਤ ਕਰਦੇ ਹੈ, ਜਿਹਦੇ ਕਰਕੇ ਘਿਓ ਪਚਦਾ ਜਾਂਦਾ ਹੈ। ਤਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੀ ਜੋ ਕਥਾ ਹੈ ਤਾਂ ਘਿਓ ਦੇ ਵਾਂਗ ਹੈ, ਪਰੰਤੂ ਨਾਲ ਨਾਲ ਸਾਨੂੰ ਗੁਰੂ ਦੇ ਜੀਵਨ ਦੇ ਵਿੱਚੋਂ ਇਸ ਅਜਰਨ ਸ਼ਕਤੀ ਨੂੰ ਜਰਨ ਦੀ ਸਮਰੱਥਾ ਵੀ ਪ੍ਰਾਪਤ ਹੁੰਦੀ ਜਾਵੇਗੀ। ਇਹ ਭਾਈ ਮੁਕਤੀ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਣ ਤਾਂ ਬਹੁਤੇ ਹੀ ਹਨ। ਆਨੰਦ ਬਿਲੰਦ ਜਰਾਓ ਜਰੀ। ਫਿਰ ਆਨੰਦ ਬਿਲੰਦ, ਬਿਲੰਦ ਬਹੁਤੇ ਆਨੰਦਾਂ ਨੂੰ ਦੇਣ ਵਾਲੀ ਹੈ।
ਆਨੰਦ ਦੇ ਤਾਂ ਗਹਿਣੇ ਦੀ ਜੜਤੀ ਜੜੀ ਹੋਈ ਹੈ ਇਸ ਕਥਾ ਦੇ ਵਿੱਚ। ਚੌਪਈ ਸਮਤਵੰਤ ਪਰਮੀ ਸਤ ਸੰਗਤ। ਕਵੀ ਜੀ ਆਪਣੀ ਨਿਰਮਾਣਤਾ ਦੀ ਹੱਦ ਕਰਦੇ ਨੇ। ਉੱਥੇ ਜਿੰਨੇ ਕੁਝ ਕਥਾ ਸੁਣਨ ਵਾਲੇ ਨੇ ਉਹਨਾਂ ਦੇ ਸੰਬੋਧਨ ਹੋ ਕੇ ਸੰਗਤ ਜੀ ਕਥਨ ਕਰਦੇ ਹੈ ਕਿ ਸਮਤਵੰਤ ਸ਼੍ਰੇਸ਼ਟ ਮਤ ਵਾਲਿਓ, ਪ੍ਰੇਮੀ ਜਨੋ ਜਾਂ ਸਮੂਹ ਸਾਧ ਸੰਗਤ ਜੀ। ਇਹ ਸੁਣ ਹੈ ਗੁਰ ਜਸ ਕਰ ਪੰਗਤ। ਜਿਹੜੇ ਵੀ ਇਹ ਗੁਰੂ ਦੀ ਕਥਾ ਨੂੰ, ਗੁਰੂ ਦੇ ਜਸ ਨੂੰ ਪੰਗਤ ਲਾ ਕੇ, ਸੰਗਤ ਲਾ ਕਰਕੇ ਸੁਣਨਾ ਕਰਨਗੇ, ਸਭ ਕੇ ਚਰਨ ਬੰਦਨਾ ਕਰਾਂ। ਉਹਨਾਂ ਸਾਰਿਆਂ ਦੇ ਮੈਂ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਹਾਂ। ਮਦ ਥੋਰੀ ਤੇ ਪੁਨ ਪੁਨ ਡਰਾਂ। ਅਤੇ ਮੇਰੀ ਮੱਤ ਥੋੜ੍ਹੀ ਹੈ, ਇਸ ਲਈ ਮੈਂ ਵਾਰ-ਵਾਰ ਕੁਝ ਭੈ ਵੀ ਕਰਦਾ ਕਿ ਕਿਤੇ ਗੁਰੂ ਦੇ ਜੀਵਨ ਦੀ ਕਥਾ ਵਿੱਚ ਮੇਰੇ ਕੋਲੋਂ ਕੁਝ ਗਲਤ ਨਾ ਲਿਖਿਆ ਜਾਵੇ। ਭੂਲ ਚੂਕ ਹੋਏ ਦੁਖਨ ਜਮਾ। ਫਿਰ ਅੱਗੇ ਬੇਨਤੀ ਕਰਦੇ ਆ ਕਿ ਜੇ ਭੁੱਲ ਚੁੱਕ ਤੇ ਦੁਖਣ ਮੇਰੇ ਕਥਨ ਵਿੱਚ ਬਹੁਤੇ ਹੋ ਵੀ ਜਾਣ, ਸੋ ਨਹਿ ਤਰਕ ਹੈ ਕੀਜੈ ਛਮਾ। ਕਵੀ ਜੀ ਕਹਿੰਦੇ ਕਿ ਐ ਸਿੱਖੋ, ਮੇਰੀ ਕਥਾ ਨੂੰ ਸੁਣ ਕੇ ਜੇ ਤੁਹਾਨੂੰ ਲੱਗੇ ਕਿ ਇਹਦੇ ਵਿੱਚ ਭੁੱਲ ਹੋਈ ਹੈ, ਕੋਈ ਚੁੱਕ ਹੋ ਗਈ ਹੈ, ਬਹੁਤੇ ਦੋਸ਼ ਲੱਗਦੇ ਨੇ, ਤਾਂ ਸੁਣ ਕੇ ਮੈਨੂੰ ਛਿਮਾ ਹੀ ਕਰ ਦੇਣਾ ਅਤੇ ਕਥਾ ਦੇ ਉੱਤੇ ਕੋਈ ਤਰਕ ਨਹੀਂ ਕਰਨੀ ਹੈ। ਕਿਉਂਕਿ ਕਥਾ ਮੈਂ ਗੁਰੂ ਦੀ ਵਡਿਆਈ ਵਿੱਚ ਕਹੀ ਹੈ, ਅਤੇ ਜੇ ਤੁਸੀਂ ਤਰਕਾਂ ਹੀ ਕਰ ਕੇ ਬਹਿ ਗਏ ਤਾਂ ਫਿਰ ਗੁਰੂ ਦੀ ਵਡਿਆਈ ਤੁਹਾਡੇ ਕਾਹਦੇ ਅਸਰ ਹੋਏਗੀ। ਇਸ ਕਰਕੇ ਮੇਰੀ ਛਿਮਾ ਬਖਸ਼ ਦੇਣਾ, ਪਰ ਗੁਰੂ ਉੱਤੇ ਕਿਸੇ ਤਰ੍ਹਾਂ ਕਿੰਤੂ ਪਰੰਤੂ ਨਹੀਂ ਕਰਨਾ ਹੈ। ਅੱਜ ਇਹੀ ਸੰਗਤ ਜੀ ਹੋ ਰਿਹਾ ਹੈ ਨਾ। ਕੋਈ ਬੰਦਾ ਉੱਠਦਾ ਹੈ ਜਿਹਨੂੰ ਕਿ 35 ਅੱਖਰਾਂ ਦਾ ਵੀ ਪੂਰਾ ਗਿਆਨ ਨਹੀਂ ਹੋਣਾ, ਔਰ ਕਵੀ ਭਾਈ ਸੰਤੋਖ ਸਿੰਘ ਜੀ ਜਿਹੜੇ ਬੜੇ ਵੱਡੇ ਵਿਦਿਆ ਮਾਰਤੰਡ ਨੇ, ਗਿਆਨ ਦੇ ਸੂਰਜੀ ਨੇ, ਮਾਨੋ 10 ਗੁਰੂਆਂ ਦਾ ਜੀਵਨ ਸੰਗਤ ਜੀ ਕਿੱਦਾਂ ਇਕੱਤਰ ਕਰਕੇ ਫਿਰ ਛੰਦਾਬੰਦੀ ਵਿੱਚ ਲਿਖਿਆ, ਔਰ ਇਹਦੇ ਵਿੱਚ ਕਿੰਨੀਆਂ ਗਿਆਨ ਦੀਆਂ ਬਾਤਾਂ, ਕਿੰਨੀਆਂ ਸਾਖੀਆਂ, ਕਿੰਨੇ ਪ੍ਰੇਮ ਨਾਲ ਸੁਣਾ ਰਹੇ ਨੇ। ਔਰ ਅੱਜ ਕੋਈ ਸੰਗਤ ਜੀ ਬੰਦਾ ਉੱਠਦਾ ਹੈ ਜਿਹਨੂੰ ਆਉਂਦਾ ਜਾਂਦਾ ਵੀ ਕੁਝ ਨਹੀਂ, ਅਤੇ ਭਾਈ ਸੰਤੋਖ ਸਿੰਘ ਜੀ ਦੇ ਉੱਤੇ ਉਂਗਲ ਚੱਕ ਕੇ ਬਹਿ ਜਾਂਦਾ ਕਿ ਇਹਦੇ ਵਿੱਚ ਆਹ ਗਲਤ ਲਿਖਿਆ, ਇਹਦੇ ਵਿੱਚ ਆਹ ਗਲਤ ਲਿਖਿਆ ਹੈ। ਠੀਕ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇੱਕ ਗੁਰੂ ਔਰ ਇੱਕ ਕਰਤਾ ਪੁਰਖ ਅਭੁੱਲ ਨੇ, ਬਾਕੀ ਹਰੇਕ ਬੰਦੇ ਕੋਲੋਂ ਕੋਈ ਨਾ ਕੋਈ ਭੁੱਲ ਹੋ ਹੀ ਜਾਂਦੀ ਹੈ। ਭਾਈ ਸੰਤੋਖ ਸਿੰਘ ਜੀ ਵੀ ਇੱਥੇ ਕਹਿ ਰਹੇ ਹੈ ਕਿ ਠੀਕ ਹੈ ਭਾਈ, ਜੇ ਮੇਰੇ ਕੋਲੋਂ ਕੋਈ ਭੁੱਲ ਹੋਈ ਹੋਵੇ ਨਾ ਤਾਂ ਉਹਦੇ 'ਤੇ ਹੁਜਤਾਂ ਨਹੀਂ ਕਰਨੀਆਂ, ਤਰਕਾਂ ਨਹੀਂ ਕਰਨੀਆਂ ਕਿ ਆਹ ਕੀ ਲਿਖ ਦਿੱਤਾ ਹੈ। ਕਹਿੰਦੇ ਮੇਰੀ ਗਲਤੀ ਜਾਣ ਕੇ ਤੁਸੀਂ ਛਿਮਾ ਕਰ ਲੈਣਾ ਅਤੇ ਸਿਆਣਪ ਦੇ ਨਾਲ ਉਹਨੂੰ ਸਮਝ ਲੈਣਾ। ਪਰ ਅੱਜ ਸੰਗਤ ਜੀ ਆਪਣੀ ਪਬਲਿਸਿਟੀ ਵਾਸਤੇ ਬਸ ਗੱਲ ਕੱਢ ਕੇ ਅਤੇ ਉਹੋ ਜਿਹੀ ਸੁਣਾਉਣੀ ਹੈ ਕਿ ਜਿਹੜੀ ਅਗਲੇ ਦੇ ਦਿਲ ਨੂੰ ਐ ਵਲੂੰਦਰ ਕੇ ਰੱਖ ਦਿੰਦੀ ਹੈ, ਸ਼ਰਧਾ ਨੂੰ ਐ ਨਾਸ ਹੀ ਕਰਕੇ ਰੱਖ ਦਿੰਦੀ ਹੈ। ਇੱਦਾਂ ਦੀਆਂ ਕੁਝੀਆਂ ਗੱਲਾਂ ਲੋਕੀ ਨਵੇਂ ਅੱਜ ਦੇ ਜਿਹੜੇ ਕੁਝ ਪ੍ਰਚਾਰਕ ਬਣਦੇ ਹੈ ਉਹ ਸੁਣਾਉਂਦੇ ਨੇ। ਹਾਲਾਂਕਿ ਜਿਵੇਂ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਪੁਰਬ ਹੈ ਸੰਗਤ ਜੀ ਕੱਲ੍ਹ ਨੂੰ, ਅਤੇ ਸਾਖੀਆਂ ਸੁਣਾਉਣੀਆਂ ਹੀ ਨਾ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦੀਆਂ, ਅਤੇ ਸੁਣਾਉਣੀਆਂ ਕਿੱਥੋਂ ਨੇ? ਇਸੇ ਗ੍ਰੰਥ 'ਚੋਂ ਹੀ ਸੁਣਾਉਣੀਆਂ ਨੇ ਕੱਢ ਕੇ ਵੀ ਆਹ ਦੇਖੋ ਜੀ ਇੱਥੇ ਸਾਖੀ ਲਿਖੀ ਹੋਈ ਹੈ, ਔਰ ਇਸੇ ਗ੍ਰੰਥ ਦੀਆਂ ਸਾਖੀਆਂ ਸੁਣਾ ਕੇ ਇੱਥੋਂ ਹੀ ਆਪਣਾ ਰੋਟੀ ਫੁਲਕਾ ਖਾ ਕੇ ਅਤੇ ਇਸੇ ਗ੍ਰੰਥ ਨੂੰ ਹੀ ਗਲਤ ਕਹੀ ਜਾਣਾ, ਕਿੱਥੋਂ ਦੀ ਸਿਆਣਪ ਹੈ। ਪਰ ਜਿਹੜੇ ਲੋਕ ਨੇ ਉਹਨਾਂ ਵਿਚਾਰਿਆਂ ਨੂੰ ਕੀ ਪਤਾ, ਉਹ ਜਿਵੇਂ ਕਿਸੇ ਨੇ ਕਹਿ ਤਾ ਉੱਦਾਂ ਹੀ ਸੁਣ ਕੇ ਉੱਧਰ ਨੂੰ ਹੀ ਹੋ ਜਾਂਦੇ ਨੇ, ਕੋਈ ਆਪ ਵਿਚਾਰ ਨਹੀਂ ਕਰਦੇ ਨੇ, ਬਸ ਇੱਕ ਪੱਖ ਲੈ ਕੇ ਅਤੇ ਉੱਧਰ ਨੂੰ ਹੀ ਸੰਗਤ ਜੀ ਤੁਰ ਪੈਂਦੇ ਨੇ। ਹਰੇਕ ਚੀਜ਼ ਦੇ 2 ਪਹਿਲੂ ਹੁੰਦੇ ਹੈ, ਦੋਨੇ ਪਹਿਲੂ ਵਿਚਾਰ ਲੈਣੇ ਚਾਹੀਦੇ ਆ ਨਾ। ਤੋ ਇਸ ਤਰ੍ਹਾਂ ਇੱਥੇ ਦੱਸਦੇ ਕਵੀ ਜੀ ਕਿ ਭਾਈ ਠੀਕ ਹੈ, ਮੇਰੇ ਕੋਲੋਂ ਕੁਝ ਦੋਸ਼ ਰਹਿ ਗਏ ਹੋਣਗੇ ਲਿਖਣ ਲੱਗਿਆ, ਕੁਝ ਭੁੱਲ ਚੁੱਕ ਹੋ ਗਈ ਹੋਵੇਗੀ, ਪਰੰਤੂ ਇਹ ਸੁਣ ਕੇ ਤੁਸੀਂ ਕੁਝ ਹੁਜਤ ਨਹੀਂ ਕਰਨੀ, ਮੇਰੀ ਭੁੱਲ ਦੀ ਮੈਨੂੰ ਛਿਮਾ ਹੀ ਦੇ ਦੇਣੀ ਹੈ। ਇਸੇ ਵਾਸਤੇ ਮੈਂ ਹੱਥ ਜੋੜ ਕੇ ਸਿੱਖੋ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ। ਸਭ ਸਰੋਤਨ ਕੇ ਚਰਨ ਨਿਹੋਰ। ਅਤੇ ਸਾਰੇ ਜਿੰਨੇ ਵੀ ਤੁਸੀਂ ਸਰੋਤਾ ਜਨ ਹੋ ਤੁਹਾਡੇ ਚਰਨਾਂ ਨੂੰ ਤੱਕਦਾ ਹਾਂ, ਚਰਨਾਂ 'ਤੇ ਨਮਸਕਾਰ ਕਰਦਾ ਹਾਂ। ਸ੍ਰੀ ਅੰਮ੍ਰਿਤਸਰ ਆਦਿ ਬਸੰਤ। ਫੇਰ ਸੰਗਤ ਜੀ ਜਿਹੜੇ ਕੁਝ ਹੋਰ ਗੁਰਮੁਖ ਪਿਆਰੇ ਹੈ, ਨਾਮ ਦੇ ਪ੍ਰੇਮੀ ਹੈ, ਆਤਮਿਕ ਮੰਡਲ ਦੇ ਵਿੱਚ ਉਡਾਰੀਆਂ ਲਾਉਣ ਵਾਲੇ ਨੇ, ਗੁਰਸਿੱਖ ਬ੍ਰਹਮ ਗਿਆਨੀ, ਉਹਨਾਂ ਦੇ ਅੱਗੇ ਵੀ ਹੁਣ ਕਵੀ ਜੀ ਕਥਨ ਕਰਦੇ ਹੈ ਕਿ ਜਿਹੜੇ ਗੁਰੂ ਦੇ ਸਿੱਖ
ਸ੍ਰੀ ਅੰਮ੍ਰਿਤਸਰ ਸਾਹਿਬ ਆਦਿਕ ਗੁਰੂ ਇਤਿਹਾਸਕ ਅਸਥਾਨਾਂ ਤੇ ਵਸਦੇ ਨੇ। ਗੁਰਥਲ ਅਵਚਲ ਨਗਰ ਪ੍ਰਜੰਤ। ਤੇ ਅੰਮ੍ਰਿਤਸਰ ਤੋਂ ਲੈ ਕੇ ਤੇ ਜਿਹੜਾ ਅਬਚਲ ਨਗਰ ਹੈ ਹਜੂਰ ਸਾਹਿਬ, ਉੱਥੋਂ ਤੱਕ ਜਿਹੜੇ ਗੁਰੂ ਕੇ ਸਿੱਖ ਬੰਦਗੀ ਵਾਲੇ ਵਸਦੇ ਨੇ। ਜਿਤ ਕਿਤ ਸਭ ਧਰਨੀ ਪਰ ਵਿਆਪਤ। ਜਿੱਥੇ ਕਿਤੇ ਸਾਰੀ ਧਰਤੀ ਉੱਤੇ ਹੀ ਵਿਆਪਕ ਹੈ, ਵਿਚਰਦੇ ਨੇ। ਸਿੱਖਿਅਨ ਗਨ ਸਿੰਘ ਗੁਰ ਜਹ ਜਾਪਤ। ਹਾਂ, ਜਿੱਥੇ ਵੀ ਸਿੱਖਾਂ ਦੇ ਸਮੂਹ ਝੁੰਡ, ਜਿੰਨੇ ਵੀ ਗੁਰੂ ਕੇ ਸਿੰਘ ਹੈ, ਜਿੱਥੇ ਵੀ ਗੁਰੂ ਗੁਰੂ ਜਪਦੇ ਹੈ। ਅਰਜ ਗੁਜ਼ਾਰੋਂ ਜੋਰਤ ਹਾਥਾ। ਕਿੰਨਾ ਪ੍ਰੇਮ ਗੁਰੂ ਕੇ ਸਿੱਖਾਂ ਦੇ ਨਾਲ। ਕਵੀ ਜੀ ਕਹਿੰਦੇ ਸਾਰੇ ਗੁਰਸਿੱਖਾਂ ਦੇ ਅੱਗੇ ਮੈਂ ਹੱਥ ਜੋੜ ਕੇ ਇਹ ਅਰਜ ਬੇਨਤੀ ਗੁਜ਼ਾਰਦਾ ਹਾਂ। ਪਰ ਇਹ ਵੀ ਖਿਆਲ ਰਹੇ ਕਿ ਕਵੀ ਜੀ ਨੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਨਾਮ ਦੇ ਵਿੱਚ ਰੱਤੇ ਹੋਏ, ਰੰਗੇ ਹੋਏ ਨੇ। ਦੂਜਿਆਂ ਦੀ ਗੱਲ ਨਹੀਂ ਕਰਦੇ, ਜਿਨ੍ਹਾਂ ਨੇ ਕਦੀ ਬਾਣੀ ਨਹੀਂ ਪੜ੍ਹੀ, ਨਿਤਨੇਮ ਨਹੀਂ ਕੀਤਾ, ਕਦੀ ਵਾਹਿਗੁਰੂ ਵੀ ਮੁਖੋਂ ਨਹੀਂ ਕਿਹਾ, ਅਤੇ ਆਪਣੇ ਆਪ ਨੂੰ ਵਿਖਾਉਂਦੇ ਕਿ ਅਸੀਂ ਵੀ ਸਿੱਖ ਹੀ ਹਾਂ। ਉਹਨਾਂ ਦੀ ਬਾਤ ਨਹੀਂ ਇੱਥੇ ਕਰਦੇ। ਉਹਨਾਂ ਸਿੱਖਾਂ ਦੀ ਗੱਲ ਕਰਦੇ ਹੈ ਕਿ ਜਿਹੜੇ ਨਾਮ ਦੇ ਵਿੱਚ ਰੰਗੇ ਹੋਏ ਨੇ। ਕਹਿੰਦੇ ਮੈਂ ਹੱਥ ਜੋੜ ਕੇ ਆਪਣੀ ਬੇਨਤੀ ਕਥਨ ਕਰਦਾ ਹਾਂ। ਬੰਦੋ ਧਰ ਪਰ ਧਰ ਧਰ ਮਾਥਾ। ਅਤੇ ਧਰਤੀ ਦੇ ਉੱਤੇ ਆਪਣੇ ਮੱਥੇ ਨੂੰ ਰੱਖ ਰੱਖ ਕਰਕੇ ਨਮਸਕਾਰ ਕਰਦਾ ਹਾਂ। ਹੋਇ ਨਿਰਵਿਘਨ ਕਥਾ ਗੁਰ ਪੂਰੀ। ਕਿ ਇਹ ਜੋ ਮੈਂ ਗੁਰੂ ਸਾਹਿਬ ਜੀ ਦੇ ਜੀਵਨ ਦੀ ਕਥਾ ਲਿਖ ਰਿਹਾ ਹਾਂ, ਇਹ ਕਥਾ ਨਿਰਵਿਘਨ ਹੀ ਸੰਪੂਰਨ ਹੋ ਜਾਵੇ। ਛੰਦ ਬੰਦ ਮਾਧੁਰਤਾ ਰੂਰੀ। ਜਿਹੜੀ ਸੋਹਣੀ ਕਥਾ ਛੰਦਾਬੰਦੀ ਦੇ ਵਿੱਚ, ਬੜੀ ਮਿੱਠੀ ਕਵਿਤਾ ਵਿੱਚ ਮੈਂ ਰਚ ਰਿਹਾ ਹਾਂ। ਗੁਰ ਸਿੱਖ ਸਿੰਘ ਸਗਲ ਸਿੰਘ ਜਗ ਵਿਆਪਤ। ਗੁਰੂ ਕੇ ਸਿੱਖ ਜਿੰਨੇ ਵੀ ਗੁਰੂ ਕੇ ਸਿੰਘ ਹਨ, ਸਾਰੇ ਹੀ ਸੰਸਾਰ ਵਿੱਚ ਵਿਆਪਕ ਹੋ ਰਹੇ ਹੈ, ਵਿਚਰ ਰਹੇ ਹਨ। ਕਰ ਇਸ਼ਨਾਨ ਗੁਰੂ ਨਿਤ ਜਾਪਤ। ਜਿਹੜੇ ਨੇਤੀ ਅੰਮ੍ਰਿਤ ਵੇਲੇ ਦੇ ਨਾਲ ਇਸ਼ਨਾਨ ਕਰਕੇ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਜਪਦੇ ਐ। ਤਿਨ ਸਭਨ ਕੇ ਚਰਨ ਮਨਾਉ। ਉਹਨਾਂ ਗੁਰੂ ਕੇ ਸਿੱਖਾਂ ਦੇ ਸਾਰਿਆਂ ਦੇ ਵੀ ਮੈਂ ਚਰਨ ਮਨਾਉਂਦਾ ਹਾਂ, ਮੱਥਾ ਟੇਕਦਾ ਹਾਂ। ਪੂਰਨ ਹੋਏ ਗ੍ਰੰਥ ਵਰ ਪਾਉ। ਅਤੇ ਮੈਂ ਉਹਨਾਂ ਦੇ ਪਾਸੋਂ ਇਹ ਵਰ ਪਾਉਣਾ ਕਿ ਜਿਹੜਾ ਮੇਰਾ ਇਹ ਗ੍ਰੰਥ ਹੈ ਨਾ, ਗੁਰੂ ਕੀ ਵਡਿਆਈ ਵਿੱਚ ਲਿਖ ਰਿਹਾ ਹਾਂ, ਇਹ ਸੰਪੂਰਨ ਹੋ ਜਾਵੇ, ਕੋਈ ਵਿਘਨ ਨਾ ਪਵੇ। ਗੁਰ ਸਰੂਪ ਖਾਲਸਾ ਸਾਰੋ। ਬਾਕੀ ਭਾਈ ਜਿੰਨਾ ਵੀ ਸਾਰਾ ਗੁਰੂ ਕਾ ਖਾਲਸਾ ਪੰਥ ਹੈ, ਇਹ ਗੁਰੂ ਦਾ ਹੀ ਸਰੂਪ ਹੈ। ਹਤੈ ਛਤਰ ਕਰ ਜੰਗ ਅਖਾਰੋ। ਜਿਨ੍ਹਾਂ ਨੇ ਬਹੁਤੇ ਜੰਗ ਯੁੱਧ ਕਰਕੇ ਤੇ ਬਹੁਤੇ ਦੁਸ਼ਮਣ ਨਾਸ਼ ਕੀਤੇ ਐ। ਜਿਸ ਦਿਨ ਸਿਮਰਹਿ ਸਤਿਗੁਰ ਨਾਮੁ। ਖਾਲਸਾ ਪੰਥ ਹਰ ਰੋਜ਼ ਹੀ ਸਤਿਨਾਮ ਵਾਹਿਗੁਰੂ ਗੁਰੂ ਦਾ ਨਾਮ ਹੀ ਜਪਦਾ ਹੈ। ਤਿਨ ਸਭਨ ਕੇ ਚਰਨ ਪ੍ਰਣਾਮੁ। ਉਹ ਸਾਰੇ ਖਾਲਸਾ ਪੰਥ ਦੇ ਚਰਨਾਂ ਉੱਤੇ ਵੀ ਕਵੀ ਜੀ ਕਹਿੰਦੇ ਮੈਂ ਨਮਸਕਾਰ ਹੀ ਕਰਦਾ ਹਾਂ। ਬ੍ਰਹਮ ਗਿਆਨ ਹਰ ਭਗਤ ਖਜ਼ਾਨਾ। ਫੇਰ ਅੱਗੇ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮੰਗਲ ਕਰਦੇ ਹੈ, ਵਡਿਆਈ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦੀ। ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੈਸੇ ਨੇ? ਕਹਿੰਦੇ ਪ੍ਰਮਾਤਮਾ ਦੇ ਬ੍ਰਹਮ ਗਿਆਨ ਦਾ ਔਰ ਪ੍ਰਮਾਤਮਾ ਦੀ ਭਗਤੀ ਦਾ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ। ਸਾਗਰ ਜਗਤ ਜਹਾਜ਼ ਸਮਾਨਾ। ਇਹ ਸਾਰਾ ਸੰਸਾਰ ਤਾਂ ਮਾਨੋ ਇਹ ਸਮੁੰਦਰ ਦੇ ਵਾਂਗ ਹੈ, ਔਰ ਜਿਵੇਂ ਸਮੁੰਦਰਾਂ ਤੋਂ ਪਾਰ ਹੋਣ ਵਾਸਤੇ ਜਹਾਜ਼ ਹੈ ਨਾ, ਬੇੜੇ ਵੱਡੇ ਵੱਡੇ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਜਹਾਜ਼ ਦੇ ਸਮਾਨ ਹੈ। ਇਹ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ। ਸੰਗਤ ਆਪਣੀ ਸਗਲ ਉਦਾਹਰਨ। ਤਾਂ ਕਹਿੰਦੇ ਹੈ ਕਿ ਆਪਣੀ ਸਾਰੀ ਸੰਗਤ ਦਾ ਭਲਾ ਕਰਨ ਵਾਸਤੇ। ਗੁਰੂ ਗ੍ਰੰਥ ਗੁਰ ਕੀਨ ਉਚਾਰਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਉਚਾਰਨ ਕੀਤੀ ਹੈ, ਲਿਖਾਉਣਾ ਕੀਤੇ ਨੇ। ਜਿਸ ਮੈਂ ਜਾਹਰ ਜਾਗਤ ਜੋਤ। ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਾਹਰ ਪ੍ਰਗਟੀ ਸੰਗਤ ਜੀ ਗੁਰੂ ਸਾਹਿਬਾਨਾਂ ਦੀ ਜੋਤ ਪ੍ਰਕਾਸ਼ ਰਹੀ ਹੈ। ਸਿੱਖਿਆ ਅਬਮਤ ਪੂਰਨ ਹੋਤ। ਅਤੇ ਸਿੱਖਾਂ ਦੀਆਂ ਸਾਰੀਆਂ ਮਨ ਦੀਆਂ ਕਾਮਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸੋਂ ਪੂਰੀਆਂ ਹੁੰਦੀਆਂ ਹਨ। ਭੁਗਤ ਮੁਗਤ ਦਾਇਕ ਜਗਨਾਥਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਜਗਤ ਦੇ ਮਾਲਕ ਨੇ, ਔਰ ਭੁਗਤੀ ਸੰਸਾਰ ਦੇ ਪਦਾਰਥ ਵੀ, ਔਰ ਮੁਕਤੀ ਸੰਸਾਰ ਦੇ ਬੰਧਨਾਂ ਤੋਂ ਰਹਿਤ ਅਵਸਥਾ ਵੀ ਬਖਸ਼ਿਸ਼ ਕਰਦੇ ਹੈ। ਭਾਵ ਲੋਕ ਪ੍ਰਲੋਕ ਹੀ ਸਵਾਰ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ। ਨਮੋ ਕਰੋ ਧਰ ਪਰ ਧਰ ਮਾਥਾ। ਕਵੀ ਸੰਤੋਖ ਸਿੰਘ ਜੀ ਆਖਦੇ ਹੈ ਕਿ ਇਹ ਕਥਾ ਸੁਣਨ ਵਾਲੇ ਸਰੋਤਾ ਜਨੋ
ਮੈਂ ਤਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਧਰਤੀ ਤੇ ਮੱਥਾ ਰੱਖ ਕੇ ਨਮਸਕਾਰਾਂ ਕਰਦਾ ਹਾਂ। ਲਾਖੋਂ ਲਿਖੇ ਧਰਾਤਲ ਸਾਰੇ, ਦੇਖ ਲਓ, ਕਹਿੰਦੇ ਲੱਖਾਂ ਹੀ ਲਿਖੇ ਹੋਏ ਨੇ ਧਰਤੀ ਦੇ ਉੱਤੇ ਸਾਰੇ ਹੀ। ਪਠੈ ਸੁਨਹਿ ਸਿਖਵਾਰ ਨਾ ਪਾਰੇ, ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਧਰਤੀ ਉੱਤੇ ਹੀ ਲੱਖਾਂ ਦੀ ਗਿਣਤੀ ਵਿੱਚ ਹੀ ਕਹਿੰਦੇ ਲਿਖਣ ਵਾਲੇ ਨੇ ਜਾਂ ਲਿਖੇ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ। ਫਿਰ ਪਠੈ ਸੁਣਹਿ, ਜਿਨ੍ਹਾਂ ਨੂੰ ਲੱਖਾਂ ਹੀ ਸਿੱਖ ਪੜ੍ਹਦੇ ਨੇ ਸੁਣਦੇ ਹੈ ਤੇ ਸਿੱਖਾਂ ਦਾ ਪਾਰ ਉਰਾਜ ਹੀ ਨਹੀਂ ਪੈਂਦਾ ਹੈ। ਸਗਲ ਕਾਮਨਾ ਲਹੀਅਤ ਜਿਸ ਤੇ, ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸੋਂ ਸਾਰੀਆਂ ਹੀ ਕਾਮਨਾ ਲੈ ਲਈਦੀਆਂ ਨੇ। ਜੋ ਮਨ ਵਿੱਚ ਇੱਛਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰੀਏ ਸੰਗਤ ਜੀ, ਮਾਰੇ ਕਹਿੰਦੇ ਸਾਰਾ ਕੁਝ ਹੀ ਮਿਲ ਜਾਂਦਾ ਹੈ। ਅੰਤ ਸਮੈ ਕੇਵਲ ਹੋਏ ਤਿਸ ਤੇ, ਅਤੇ ਜਿਸ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮੱਥਾ ਟੇਕ ਕੇ ਜਿਵੇਂ ਜਿਵੇਂ ਗੁਰੂ ਦੇ ਕਹਿਣੇ ਵਿੱਚ ਚੱਲਦੇ ਹੈ, ਗੁਰੂ ਦੀ ਬਾਣੀ ਨੂੰ ਸੁਣ ਕੇ ਮੰਨ ਕੇ ਕਮਾਉਂਦੇ ਹੈ, ਤਾਂ ਮਹਾਰਾਜ ਜੀ ਕਹਿੰਦੇ ਅੰਤ ਨੂੰ ਫਿਰ ਕੇਵਲ ਮੋਖ ਜੋ ਨੇਤੀ ਮੁਕਤੀ ਹੈ ਅਭੇਦਤਾ ਵਾਲੀ ਉਹ ਵੀ ਪ੍ਰਾਪਤ ਕਰ ਲਈਦੀ ਹੈ। ਭੂਤ ਭਵਿੱਖ ਸਿੱਖ ਨਹਿ ਗਿਣਤੀ, ਇਹ ਭਾਈ ਜਿਹੜਾ ਪਿਛਲਾ ਲੰਘ ਚੁੱਕਾ ਸਮਾਂ ਹੈ ਔਰ ਭਵਿੱਖ ਜਿਹੜਾ ਆਉਣ ਵਾਲਾ ਸਮਾਂ ਹੈ, ਇਹਨਾਂ ਵਿੱਚ ਕਿੰਨੇ ਕੁ ਸਿੱਖ ਹੋ ਗਏ ਜਾਂ ਕਿੰਨੇ ਕੁ ਹੋਰ ਹੋਣੇ ਹੈ, ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਤੇ ਅਬ ਸਭਨ ਅਗਰ ਮਮ ਬਿਨਤੀ, ਉਹਨਾਂ ਸਾਰਿਆਂ ਦੇ ਅੱਗੇ ਕਹਿੰਦੇ ਮੇਰੀ ਬੇਨਤੀ ਹੋਈ ਹੈ ਬਿਨ ਸਹਿ ਬਿਗਨ ਗ੍ਰੰਥ ਹੋਏ ਪੂਰਾ, ਕਿ ਮੈਂ ਜੋ ਇਹ ਗ੍ਰੰਥ ਲਿਖ ਰਿਹਾ ਹਾਂ ਇਹ ਸੰਪੂਰਨ ਹੋ ਜਾਵੇ ਔਰ ਜਿੰਨੇ ਵਿਘਨ ਹੈ ਉਹ ਸਾਰੇ ਨਾਸ਼ ਹੋ ਜਾਣ। ਜਿਸ ਮੈਂ ਸਤਿਗੁਰ ਕੋ ਜਸ ਰੂਰਾ, ਜਿਸ ਇਸ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਹੀ ਹੈ ਪੂਰੀ ਤਰ੍ਹਾਂ ਜਾਸੀ ਜਸ ਕੀਤਾ ਹੈ। ਸੰਤ ਸਿੰਘ ਗੁਰ ਅੱਖਰ ਦਾਤਾ, ਹੁਣ ਅੱਗੇ ਸੰਗਤ ਜੀ ਕਵੀ ਜੀ ਆਪਣੇ ਵਿਦਿਆ ਦਾਤੇ ਦੇ ਬਾਰੇ ਦੱਸਦੇ ਨੇ, ਜਿਨ੍ਹਾਂ ਦੇ ਕੋਲੋਂ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ ਹੈ। ਵੈਸੇ ਆਪਾਂ ਪਿੱਛੇ ਸੁਣ ਵੀ ਆਏ ਸਾਂ ਸਾਰਾ ਜੀਵਨ ਭਾਈ ਸਾਹਿਬ ਜੀ ਦਾ, ਕਿ ਸੰਗਤ ਜੀ ਅੰਬਾਲੇ ਦੇ ਨੇੜੇ ਬੂੜੀਆ ਨਗਰ ਹੈ, ਉੱਥੋਂ ਦਾ ਭਾਈ ਸੰਤੋਖ ਸਿੰਘ ਜੀ ਦਾ ਪਿਛੋਕੜ ਸੀ। ਉੱਥੋਂ ਚੱਲ ਕੇ ਤੇ ਤਰਨ ਤਾਰਨ ਸਾਹਿਬ ਦੇ ਨੇੜੇ ਨੂਰਦੀਨ ਦੀ ਸਰਾਂ ਇੱਕ ਪਿੰਡ ਹੈ, ਉਸ ਪਿੰਡ ਵਿੱਚ ਭਾਈ ਸੰਤੋਖ ਸਿੰਘ ਜੀ ਦੇ ਮਾਤਾ ਪਿਤਾ ਆ ਕੇ ਰਹਿਣ ਲੱਗ ਪਏ ਸਨ ਔਰ ਇੱਥੇ ਹੀ ਨੂਰਦੀਨ ਦੀ ਸਰਾਂ ਦੇ ਵਿੱਚ ਹੀ ਭਾਈ ਸੰਤੋਖ ਸਿੰਘ ਜੀ ਦਾ ਜਨਮ ਹੋਇਆ ਸੀ, ਜਿਨ੍ਹਾਂ ਦਾ ਸੰਗਤ ਜੀ ਇਹ ਗ੍ਰੰਥ ਆਪਾਂ ਕਥਾ ਰੂਪ ਵਿੱਚ ਸਾਰਾ ਸੁਣਦੇ ਪਏ ਨਾ। ਇਹ ਇਤਿਹਾਸ ਇਹ ਭਾਈ ਸੰਤੋਖ ਸਿੰਘ ਸਾਹਿਬ ਉਹਨਾਂ ਲਿਖਿਆ ਹੋਇਆ ਔਰ ਉੱਥੇ ਹੀ ਸੰਗਤ ਜੀ ਰਿਹਾ ਕਰਦੇ। ਉੱਥੋਂ ਬਾਅਦ ਫਿਰ ਅੰਮ੍ਰਿਤਸਰ ਸਾਹਿਬ ਆਇਆ ਕਰਦੇ। ਅੰਮ੍ਰਿਤਸਰ ਵਿੱਚ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਨਾਲ ਲੈ ਕੇ ਆਉਂਦੇ ਔਰ ਇੱਥੇ ਹੀ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਨਿਭਾਉਣ ਵਾਲੇ ਹਰਿਮੰਦਰ ਸਾਹਿਬ ਦੇ ਵਿੱਚ ਭਾਈ ਸੰਤ ਸਿੰਘ ਜੀ ਸਨ, ਜੋ ਕਿ ਦਮਦਮੀ ਟਕਸਾਲ ਦੇ 5ਵੇਂ ਜਥੇਦਾਰ ਵੀ ਹੋਏ ਨੇ। ਉਹ ਸੰਗਤ ਜੀ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਿਆ ਕਰਦੇ, ਕਥਾ ਕਰਿਆ ਕਰਦੇ ਸਨ। ਉਹਨਾਂ ਦੇ ਕੋਲ ਭਾਈ ਸੰਤੋਖ ਸਿੰਘ ਜੀ ਨੂੰ ਪੜ੍ਹਨੇ ਪਾਇਆ ਅਤੇ ਬਾਬਾ ਸੰਤ ਸਿੰਘ ਸਾਹਿਬ ਜੀ ਨੇ ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ ਸਾਰੀ ਵਿਦਿਆ ਪੜ੍ਹਾਈ। ਤਕਰੀਬਨ 10 ਸਾਲ ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਦੇ ਪਾਸੋਂ ਸੰਗਤ ਜੀ ਗੁਰਮਤਿ ਦੀ ਵਿਦਿਆ ਪੜ੍ਹੀ ਹੈ ਔਰ ਵਿਦਿਆ ਪੜ੍ਹ ਕੇ ਫਿਰ ਇਹਨਾਂ ਨੇ ਇਹ ਸਾਰੇ ਜਿੰਨੇ ਗ੍ਰੰਥ ਉਹਨਾਂ ਦੇ ਲਿਖੇ ਹੋਏ ਇਹ ਲਿਖੇ ਸਨ ਬਾਅਦ ਵਿੱਚ। ਤੋ ਆਪਣੇ ਵਿਦਿਆ ਉਸਤਾਦ ਦੀ ਵਡਿਆਈ ਕਰਦੇ ਹੈ, ਕਹਿੰਦੇ ਸੰਤ ਸਿੰਘ ਮੇਰੇ ਵਿਦਿਆ ਗੁਰੂ ਨੇ ਸੰਤ ਸਿੰਘ ਜੀ ਅੱਖਰ ਦਾਤਾ, ਜਿਨ੍ਹਾਂ ਨੇ ਮੈਨੂੰ ਅੱਖਰ ਸਿਖਾਏ ਹੈ ਗੁਰਮੁਖੀ ਦੇ। ਨਮੋ ਕਰੋ ਤਿਨ ਪਦ ਜਲ ਜਾਤਾ, ਉਹਨਾਂ ਦੇ ਚਰਨਾਂ ਕਮਲਾਂ ਉੱਤੇ ਵੀ ਮੈਂ ਨਮਸਕਾਰ ਹੀ ਕਰਦਾ ਹਾਂ। ਦੇਵਾ ਸਿੰਘ ਪਿਤਾ ਮਮ ਨਾਮੁ, ਅੱਗੇ ਸੰਗਤ ਜੀ ਆਪਣੇ ਪਿਤਾ ਜੀ ਬਾਰੇ ਦੱਸਦੇ ਹੈ ਭਾਈ ਸੰਤੋਖ ਸਿੰਘ ਜੀ, ਕਹਿੰਦੇ ਮੇਰੇ ਪਿਤਾ ਜੀ ਦਾ ਨਾਮ ਦੇਵਾ ਸਿੰਘ ਜੀ ਸੀ। ਤਿਨ ਕੇ ਪਦ ਅਰਬਿੰਦ ਪ੍ਰਣਾਮੁ, ਤਿੰਨਾਂ ਦੇ ਚਰਨਾਂ ਕਮਲਾਂ ਤੇ ਵੀ ਮੈਂ ਮੱਥਾ ਹੀ ਟੇਕਦਾ ਆਪਣੇ ਪਿਤਾ ਦੇ। ਨਿਜ ਮਾਤਾ ਕੋ ਕਰ ਅਬ ਬੰਦਨ, ਫਿਰ ਜਿਹੜੀ ਮੇਰੀ ਆਪਣੀ ਮਾਤਾ ਸੀ ਦਇਆ ਕੌਰ, ਉਹਦੇ ਵੀ ਚਰਨਾਂ ਤੇ ਨਮਸਕਾਰ ਕਰਦਾ ਹਿਰਦੇ ਦੀ ਭਾਵਨਾ ਵਿੱਚੋਂ। ਕਥੋ ਕਥਾ ਕਲ ਕਲਖਨ ਕੰਦਨ, ਇਹ ਕਲਯੁਗ ਦੇ ਪਾਪਾਂ ਨੂੰ ਕੱਟਣ ਵਾਲੇ ਗੁਰੂ ਸਾਹਿਬ ਜੀ ਦੇ ਜੀਵਨ ਦੀ ਕਥਾ ਮੈਂ ਕਥਨ ਕਰਦਾ ਹਾਂ। ਭਾਵ ਆਪਣੇ ਵਿਦਿਆ ਗੁਰੂ ਨੂੰ ਹੀ ਮੱਥਾ ਟੇਕਦੇ ਹੈ।
ਆਪਣੇ ਮਾਤਾ ਪਿਤਾ ਨੂੰ ਵੀ ਮੱਥਾ ਟੇਕਦੇ ਹੈ। ਮਾਤਾ ਪਿਤਾ ਦਾ ਸਤਿਕਾਰ ਵੀ ਸੰਗਤ ਜੀ ਬਰਕਰਾਰ ਰੱਖਦੇ ਹੈ ਭਾਈ ਸੰਤੋਖ ਸਿੰਘ ਸਾਹਿਬ। ਤੋਂ ਫਿਰ ਕਹਿੰਦੇ ਹੈ ਕਿ ਤੁਹਾਡੇ ਚਰਨਾਂ 'ਤੇ ਮੱਥਾ ਟੇਕ ਕੇ ਇਹ ਹੀ ਆਸ਼ੀਰਵਾਦ ਮੰਗਦਾ ਕਿ ਮੈਂ ਅੱਗੇ ਹੁਣ ਗੁਰੂ ਦੇ ਜੀਵਨ ਦੀ ਕਥਾ ਲਿਖਾਂ। ਸੁਣੀ ਹੈ ਗਨ ਸਰੋਤਾ ਸਬਦਾਨਾ। ਹੁਣ ਉੱਥੇ ਜਿੰਨੇ ਸੰਗਤ ਜੀ ਕੈਂਥਲ ਦੇ ਵਿੱਚ ਕਥਾ ਸੁਣਨ ਵਾਲੇ ਸਨ, ਜਿਵੇਂ ਆਪਾਂ ਇੱਥੇ ਬਹਿ ਕੇ ਨਿੱਤ ਹੀ ਇਹ ਸ਼ਾਮ ਦੇ ਸਮੇਂ ਗੁਰ ਇਤਿਹਾਸ ਦੀ ਕਥਾ ਸੁਣਦੇ ਹੈ। ਜਦੋਂ ਭਾਈ ਸੰਤੋਖ ਸਿੰਘ ਜੀ ਇਹ ਗ੍ਰੰਥ ਲਿਖਦੇ ਪਏ ਸਨ, ਆਪਾਂ ਪਿੱਛੇ ਵੀ ਸੁਣਿਆ ਕਿ ਤਕਰੀਬਨ 1833 34 ਜਾਂ 35 ਦੇ ਲਾਗੇ ਚਾਗੇ ਉਹਨਾਂ ਨੇ ਇਹ ਗ੍ਰੰਥ ਲਿਖਣਾ ਸ਼ੁਰੂ ਕੀਤਾ ਸੀ ਕੈਂਥਲ ਦੇ ਵਿੱਚ। ਉਸ ਸਮੇਂ ਰਾਜਾ ਉਦੈ ਸਿੰਘ ਸੀ ਕੈਂਥਲ ਦਾ ਰਾਜਾ। ਜਦੋਂ ਇਹ ਲਿਖਦੇ ਸਨ ਤੇ ਬਹੁਤ ਸਾਰੇ ਸਰੋਤੇ ਅੱਗੇ ਆ ਕੇ ਬਹਿੰਦੇ, ਰਾਜਾ ਵੀ ਬਹਿ ਕੇ ਸੁਣਦਾ, ਰਾਜੇ ਦਾ ਪਰਿਵਾਰ, ਇਸੇ ਤਰ੍ਹਾਂ ਰਾਜੇ ਦੇ ਜਿੰਨੇ ਸਿਪਾਹੀ ਨੌਕਰ ਚਾਕਰ ਜਾਂ ਹੋਰ ਵੀ ਆਸੇ-ਪਾਸੇ ਪਿੰਡਾਂ ਦੇ ਜਿਹੜੇ ਕੋਈ ਸਿੱਖ ਸਨ, ਜਿਨ੍ਹਾਂ ਨੂੰ ਪਤਾ ਚੱਲਦਾ ਸੀ ਕਿ ਭਾਈ ਸੰਤੋਖ ਸਿੰਘ ਜੀ ਗੁਰੂ ਕੀ ਸਾਖੀ ਲਿਖ ਰਹੇ ਨੇ, ਆ ਕੇ ਸੁਣਦੇ। ਪਹਿਲਾਂ ਬੜਾ ਪਿਆਰ ਹੋਇਆ ਕਰਦਾ ਸੀ ਲੋਕਾਂ ਦੇ ਮਨਾਂ ਵਿੱਚ। ਜਦੋਂ ਕਿਤੇ ਗੁਰੂ ਦੀ ਸਾਖੀ ਕੋਈ ਸੁਣਾਉਂਦਾ, ਬੜੇ ਪਿਆਰ ਨਾਲ ਜਾ ਕੇ ਸੁਣਿਆ ਕਰਦੇ ਹੁੰਦੇ ਸੀ। ਤਾਂ ਇਹਦਾ ਮਨ ਵਿੱਚ ਬੜਾ ਚਾਅ ਉਤਸ਼ਾਹ ਹੁੰਦਾ ਸੀ। ਹੁਣ ਨਵਾਂ ਯੁੱਗ ਆ ਗਿਆ, ਇਹ ਸ਼ੌਂਕ ਸੰਗਤ ਜੀ ਘਟਦਾ ਹੀ ਜਾ ਰਿਹਾ ਅੱਗੇ ਤੋਂ ਅੱਗੇ। ਰਹੋ ਵਿਚਾਰ ਤੋਂ ਭਾਈ ਸੰਤੋਖ ਸਿੰਘ ਜੀ ਜਦੋਂ ਇਹ ਕਥਾ ਲਿਖਦੇ ਸੰਗਤ ਨੂੰ ਸੁਣਾਉਂਦੇ ਨੇ ਤਾਂ ਉਸ ਸਮੇਂ ਬਹੁਤ ਸਾਰੀ ਸੰਗਤ ਨਾਲ ਸੁਣਦੀ ਹੈ। ਉਹਨਾਂ ਦੇ ਮੁਖਾਤਬ ਹੋ ਕੇ ਭਾਈ ਸਾਹਿਬ ਜੀ ਕਹਿੰਦੇ ਹੈ ਕਿ ਇਹ ਸਰੋਤਾ ਜਨੋ ਸਾਰੇ ਜਿੰਨੇ ਵੀ ਤੁਸੀਂ ਹੋ, ਸਾਵਧਾਨ ਹੋ ਕੇ ਹੁਣੇ ਸੁਣੋ। ਇੱਕ ਮਨ ਹੋਏ ਤਰੋ ਨਿਜ ਕਾਨਾ। ਇੱਕ ਮਨ ਹੋ ਕੇ ਆਪਣੇ ਕੰਨਾਂ ਵਿੱਚ ਧਰੋ, ਸਾਵਧਾਨ ਹੋ ਕੇ ਕਥਾ ਨੂੰ ਸੁਣੋ। ਮਹਿਮਾ ਕਹਿ ਲਗ ਕਹੇ ਸੁਣਾਵਾ। ਕਵੀ ਜੀ ਕਹਿੰਦੇ ਹੈ ਕਿ ਮੈਂ ਕਥਾ ਦੀ ਮਹਿਮਾ ਕਿੱਥੋਂ ਤੱਕ ਕਹਿ ਕੇ ਸੁਣਾਵਾਂ। ਗੁਰ ਜਸ ਜਿਸ ਮੈਂ ਰੁਚਿਰ ਬਣਾਵਾ। ਜਿਸ ਮੈਂ ਕਥਾ ਦੇ ਵਿੱਚ ਗੁਰੂ ਦਾ ਜਸ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਬਣਾਵਾਂਗਾ। ਗੁਰ ਸ਼ਰਧਾ ਕੋ ਔਰ ਅਧਿਕਾਵਤ। ਗੁਰੂ ਦੀ ਸ਼ਰਧਾ ਆਪਣੇ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਹੋਵੇਗੀ। ਜਿਸ ਤੇ ਭੁਗਤ ਮੁਕਤ ਸਿਖ ਪਾਵਤ। ਇਹ ਜਿਹੜੀ ਕਥਾ ਨਾ ਇਤਿਹਾਸ ਦੀ ਸਾਡੇ ਮਨਾਂ ਵਿੱਚ ਗੁਰੂ ਪ੍ਰਤੀ ਬੜੀ ਸ਼ਰਧਾ ਵਧਾਵੇਗੀ। ਤੇ ਜਿਹਦੇ ਅੰਦਰ ਜਿੰਨੀ ਸੰਗਤ ਦੀ ਸ਼ਰਧਾ ਵੱਧ ਜਾਂਦੀ ਹੈ, ਉਹਨੂੰ ਓਨਾ ਹੀ ਭੋਗ ਮੋਖ ਦਾ ਵਰ ਪ੍ਰਾਪਤ ਹੁੰਦਾ ਹੈ। ਸਕਲ ਕਾਮਨਾ ਦੇਵਨ ਹਾਰੀ। ਗੱਲ ਕੀ ਕਵੀ ਜੀ ਕਹਿੰਦੇ ਹੈ ਕਿ ਗੁਰੂ ਦੇ ਜੀਵਨ ਦੀ ਕਥਾ, ਇਤਿਹਾਸ ਦੀ ਕਥਾ ਸਾਰੇ ਵਰਾਂ ਨੂੰ, ਸਾਰੀਆਂ ਹੀ ਕਾਮਨਾਵਾਂ ਨੂੰ ਦੇਣ ਵਾਲੀ ਹੈ। ਅਨਕ ਜਨਮ ਕੋ ਕਲਮਲ ਹਾਰੀ। ਫਿਰ ਅਨੇਕਾਂ ਜਨਮਾਂ ਦੇ ਜਿਹੜੇ ਸਾਡੇ ਪਾਪ ਹੈ, ਉਹਨਾਂ ਪਾਪਾਂ ਨੂੰ ਵੀ ਕੱਟ ਦੇਣ ਵਾਲੀ ਹੈ ਗੁਰੂ ਦੀ ਕਥਾ। ਸੁਣਿ ਗ੍ਰੰਥ ਸਭ ਹੋਏ ਗੁਣ ਗਿਆਤਾ। ਇਹ ਭਾਈ ਜਿਹੜਾ ਇਹ ਗ੍ਰੰਥ ਸਾਰਾ ਹੀ ਸੁਣੇਗਾ ਨਾ, ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਕਵੀ ਜੀ ਕਹਿੰਦੇ ਉਹ ਸਾਰੇ ਗੁਣਾਂ ਦਾ ਗਿਆਤਾ ਜਾਣਕਾਰ ਹੋ ਜਾਵੇਗਾ। ਸਰਬ ਚਰਿਤਰ ਲਖੈ ਬਗਿਆਤਾ ਬਖਿਆਤਾ। ਉਹ ਗੁਰੂ ਸਾਹਿਬ ਜੀ ਦੇ ਸਾਰੇ ਕੌਤਕਾਂ ਨੂੰ ਪ੍ਰਗਟ ਹੀ ਜਾਣ ਲਵੇਗਾ। ਦੁਸ਼ਟ ਬਡਾਰਨ ਦਾਸ ਉਦਾਹਰਨ। ਗੁਰੂ ਸਾਹਿਬ ਜੀ ਦੀ ਕੈਸੀ ਕਥਾ ਹੈ, ਕਿਵੇਂ ਦੁਸ਼ਟਾਂ ਦਾ ਨਾਸ਼ ਕੀਤਾ, ਆਪਣੇ ਦਾਸਾਂ ਦਾ ਭਲਾ ਕੀਤਾ ਹੈ। ਇਤਿਆਦ ਕੀਨੇ ਜਿਮ ਕਾਰਨ। ਇਤਿਆਦਿਕ ਜਿੰਨੇ ਵੀ ਗੁਰੂ ਸਾਹਿਬ ਜੀ ਨੇ ਜਿਵੇਂ ਜਿਵੇਂ ਕੁਝ ਕਾਰਨ ਕੀਤੇ ਹੈ, ਕੌਤਕ ਕੀਤੇ ਨੇ, ਉਹ ਸਾਰੇ ਹੀ ਲਿਖੇ ਹਨ। ਸੁਨੈ ਸਰਬ ਕੋ ਸਾਰ ਪਛਾਨੈ। ਇੱਦਾਂ ਜਿਹੜਾ ਲਗਾਤਾਰ ਹੀ ਸਾਰੀ ਕਥਾ ਨੂੰ ਸੁਣੇਗਾ, ਉਹ ਸਾਰਾ ਹੀ ਸਾਰ ਸਿਧਾਂਤ ਪਛਾਣ ਲਵੇਗਾ। ਪੁੰਨ ਉਪਾਏ ਪਾਪ ਗਨ ਹਾਨੈ। ਇਹ ਜਿਹੜੀ ਗੁਰੂ ਸਾਹਿਬ ਜੀ ਦੀ ਕਥਾ ਹੈ, ਇਹ ਪੁੰਨਾਂ ਨੂੰ ਪੈਦਾ ਕਰਨ ਵਾਲੀ ਹੈ। ਔਰ ਇਸ ਕਥਾ ਨੂੰ ਸੁਣ ਕਰਕੇ ਜਿੰਨੇ ਵੀ ਪਾਪ ਨੇ ਉਹ ਸਾਰੇ ਨਾਸ਼ ਹੋ ਜਾਂਦੇ ਹਨ। ਇਹ ਕਥਾ ਪਾਪਾਂ ਨੂੰ ਨਾਸ਼ ਕਰ ਦੇਣ ਵਾਲੀ ਹੈ, ਕਿਉਂਕਿ ਇਹਦੇ ਵਿੱਚ ਗੁਰੂ ਦੀ ਵਡਿਆਈ ਹੀ ਵਡਿਆਈ ਕੀਤੀ ਹੈ। ਹੋਇ ਚਿਤ ਚਾਂਪ ਜੋ ਪ੍ਰੇਮੀ ਸਿੱਖ। ਜੋ ਵੀ ਕਹਿੰਦੇ ਪ੍ਰੇਮੀ ਸਿੱਖ ਚਿੱਤ ਵਿੱਚ ਬੜਾ ਸ਼ੌਂਕ ਵਾਲਾ ਹੋ ਕੇ ਪਠੈ ਸੁਨਹਿ ਅਵਗਦੋ ਭਵਿੱਖ। ਕਹਿੰਦੇ ਇਹ ਕਥਾ ਨੂੰ ਜਾਂ ਹੁਣ ਪੜ੍ਹੇਗਾ, ਸੁਣੇਗਾ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰੇਮੀ ਇਸ ਕਥਾ ਨੂੰ ਪੜ੍ਹੇਗਾ ਤੇ ਸੁਣੇਗਾ। ਨੈ ਦੁਖਨ ਕੁਛ ਹਿਰਦੈ ਵਿਚਾਰੋ। ਕਹਿੰਦੇ ਹੈ ਕਿ ਉਹ ਉਹਨਾਂ ਅੱਗੇ ਵੀ ਮੇਰੀ ਬੇਨਤੀ ਹੈ, ਕਵੀ ਜੀ ਕਹਿੰਦੇ ਕਿ ਭਾਈ ਤੁਸੀਂ ਮੇਰੀ ਕਥਾ ਦੇ ਵਿੱਚ ਕਿਸੇ ਵੀ ਦੂਸ਼ਣਾਂ ਨੂੰ ਨਹੀਂ ਵਿਚਾਰਨਾ ਹੈ। ਇਹ ਕਥਾ ਵਿੱਚ ਆਹ ਛੰਦ ਨਹੀਂ ਬਣਦਾ, ਜਾਂ ਆਹ ਗੱਲ ਕੋਈ ਅੜਪੜੀ ਜੀ ਹੈ,
ਕਹਿੰਦੇ ਇਦਾਂ ਦੇ ਦੋਸ਼ ਨਹੀਂ ਤੁਸੀਂ ਵਿਚਾਰਨੇ ਹਨ। ਪਾਵਨ ਗੁਣ ਗਨ ਕੋ ਮਨ ਧਾਰੋ। ਬਸ ਇਹ ਹੈ ਕਿ ਜੋ ਇਹਦੇ ਵਿੱਚ ਪਵਿੱਤਰ ਗੁਣ ਲਿਖੇ ਹੋਏ ਹੈ, ਗੁਰੂ ਸਾਹਿਬ ਜੀ ਦੀ ਵਡਿਆਈ ਲਿਖੀ ਹੋਈ ਹੈ, ਉਹ ਤੁਸੀਂ ਕਹਿੰਦੇ ਆਪਣੇ ਮਨ ਦੇ ਵਿੱਚ ਧਾਰਨ ਕਰ ਲੈਣੀ ਹੈ। ਇਹਦਾ ਕਹਿੰਦੇ ਕਥਾ ਭਾਈ ਤੁਹਾਡੇ ਸਾਰਿਆਂ ਦਾ ਭਲਾ ਕਰੇਗੀ। ਇੱਦਾਂ ਸੰਗਤ ਜੀ ਭਾਈ ਸੰਤੋਖ ਸਿੰਘ ਸਾਹਿਬ ਇਹ ਗੁਰੂ ਕੇ ਜੀਵਨ ਦੀ ਪਵਿੱਤਰ ਕਥਾ ਸਾਨੂੰ ਸੁਣਾ ਰਹੇ ਨੇ। ਇੱਥੇ ਇਸ ਭਾਗ ਦਾ ਪਹਿਲਾ ਅਧਿਆਸ ਸਮਾਪਤ ਕਰਦੇ ਨੇ, ਜਿਹਦੇ ਵਿੱਚ ਗੁਰੂ ਕੇ ਮੰਗਲ ਔਰ ਗੁਰ ਇਤਿਹਾਸ ਦੀ ਕਥਾ ਬਾਰੇ ਜਾਣਕਾਰੀ ਸਾਨੂੰ ਦਿੱਤੀ ਹੈ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ, ਕਿ ਕਿਵੇਂ ਇਹ ਕਾਰਨ ਬਣਿਆ ਜਾਂ ਕਿਵੇਂ ਮੈਂ ਰਚ ਰਿਹਾ ਹਾਂ। ਤੋ ਇੱਕ ਨਾਲ ਦੀ ਨਾਲ ਬੇਨਤੀ ਕਰਦੇ ਜਾਂਦੇ ਹੈ ਕਿ ਜਿਹੜਾ ਕੋਈ ਭਾਈ ਤੁਹਾਨੂੰ ਦੋਸ਼ ਦਿਸੇ ਕਥਾ ਦੇ ਵਿੱਚ, ਉਹਦੇ 'ਤੇ ਕੋਈ ਆਪਣੀ ਹੁਜਤ ਜਾਂ ਤਰਕ ਨਹੀਂ ਕਰਨੀ ਹੈ, ਉਹਨੂੰ ਸੰਭਾਲ ਕਰਕੇ ਪੜ੍ਹ ਲੈਣਾ ਹੈ। ਮੇਰੇ ਕੋਲ ਜਿੰਨੀ ਅਕਲ ਮਤ ਸੀ ਕਹਿੰਦੇ ਮੈਂ ਉਸ ਤਰੀਕੇ ਦੇ ਨਾਲ ਇਹ ਸਾਰੀ ਕਥਾ ਇਕੱਠੀ ਕਰਕੇ ਤੁਹਾਨੂੰ ਦੇ ਦਿੱਤੀ ਹੈ। ਅਤੇ ਜੇ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਸਾਹਿਬ ਵੀ ਇਹ ਪਰਉਪਕਾਰ ਨਾ ਕਰਦੇ ਅਤੇ ਅੱਜ ਸਾਡੇ ਕੋਲ ਕਿੰਨਾ ਕੁ ਕਿਤੇ ਇਤਿਹਾਸ ਹੋਣਾ ਸੀ, ਜਾਂ ਹੁਣ ਕਿੰਨਾ ਕੁ ਆਪਾਂ ਸਾਂਭਿਆ ਹੋਇਆ ਹੈ। ਇਹ ਭਾਈ ਸੰਤੋਖ ਸਿੰਘ ਸਾਹਿਬ ਦੀ ਬਦੌਲਤ ਹੀ ਹੈ, ਜਿਨ੍ਹਾਂ ਨੇ 10 ਹੀ ਗੁਰੂਆਂ ਦਾ ਸਾਰਾ ਹੀ ਇਤਿਹਾਸ ਇਕੱਠਾ ਕਰਕੇ ਅਤੇ ਏਡਾ ਵੱਡਾ ਗ੍ਰੰਥ ਲਿਖ ਕੇ ਸਿੱਖ ਪੰਥ ਦੀ ਝੋਲੀ ਵਿੱਚ ਪਾ ਦਿੱਤਾ ਹੈ। ਇਸ ਕਰਕੇ ਉਹਨਾਂ ਦੇ ਤਾਂ ਸਦਾ ਹੀ ਬੜੇ ਉਪਕਾਰ ਨੇ, ਜਿਨ੍ਹਾਂ ਦੀ ਬਦੌਲਤ ਅਸੀਂ ਸੰਗਤ ਜੀ ਅੱਜ ਗੁਰੂ ਘਰਾਂ ਵਿੱਚ ਬਹਿ ਕੇ ਗੁਰੂ ਕੀ ਵਡਿਆਈ ਸੁਣ ਰਹੇ ਹੈ, ਗੁਰੂ ਕੇ ਇਤਿਹਾਸ ਦੀ ਕਥਾ ਸੁਣ ਰਹੇ ਹਾਂ। ਇਤਿਹਾਸ ਕਰਕੇ ਸਾਨੂੰ ਬਹੁਤ ਸਾਰਾ ਗੁਰੂ ਬਾਰੇ ਪਤਾ ਚੱਲਦਾ ਕਿ ਗੁਰੂ ਸਾਹਿਬ ਜੀ ਸਾਡੇ ਕੈਸੇ ਸਨ। ਇਹ ਨਕਸ਼ੇ ਖਿੱਚ ਕਰਕੇ ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਲਿਖਿਆ ਹੋਇਆ ਹੈ। ਤੋ ਐਸਾ ਇਤਿਹਾਸ ਹੈ। ਇੱਥੇ ਅਧਿਆਇ ਦੀ ਸਮਾਪਤੀ ਹੋਈ ਹੈ, ਇੱਥੇ ਹੁਣ ਆਪਾਂ ਸਮਾਪਤੀ ਕਰ ਦਿਆਂਗੇ। ਔਰ ਅੱਗੇ ਜਿਵੇਂ ਫਿਰ ਕਥਾ ਚੱਲੇਗੀ ਗੁਰੂ ਸਾਹਿਬ ਜੀ ਦਾ, ਜਿਵੇਂ ਉੱਥੇ ਸੰਗਤ ਦੀ ਸੀਸ ਆਇਆ ਹੈ ਅਨੰਦਪੁਰ ਸਾਹਿਬ, ਭਾਈ ਜੈਤਾ ਜੀ ਲੈ ਕੇ ਆਏ ਨੇ। ਜਿਵੇਂ ਕਲਗੀਧਰ ਪਾਤਸ਼ਾਹ ਜੀ ਫਿਰ ਉਹ ਸੀਸ ਦਾ ਸੰਸਕਾਰ ਕਰਦੇ ਹੈ। ਪਰਿਵਾਰ ਦੀ ਵਿਰਾਗ ਵਾਲੀ ਹਾਲਤ ਹੁੰਦੀ ਹੈ, ਸੰਗਤਾਂ ਬੜੀਆਂ ਬੇਬਲ ਹੁੰਦੀਆਂ ਨੇ। ਫਿਰ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਗੱਦੀ ਦੇ ਮਾਲਕ ਬਣ ਕੇ ਔਰ ਸਿੱਖੀ ਦਾ ਫਿਰ ਪ੍ਰਚਾਰ ਪ੍ਰਸਾਰ ਕਰਨਗੇ, ਸਾਰੇ ਸਿੱਖਾਂ ਦੀ ਬਾਗਡੋਰ ਸੰਭਾਲਣਗੇ। ਉਹ ਅੱਗੇ ਸਾਰੇ ਪ੍ਰਸੰਗ ਜਿਵੇਂ ਆਏ ਆਪਾਂ ਸਮਾਂ ਬਣਿਆ ਸਰਵਣ ਕਰਦੇ ਰਹਾਂਗੇ। ਅੱਜ ਦੀ ਕਥਾ ਦੀ ਹੁਣ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਨਹਿ ਦੁਖਨ ਕੁਛ ਹਿਰਦੈ ਵਿਚਾਰੋ, ਪਾਵਨ ਗੁਣ ਗਨ ਕੋ ਮਨ ਧਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।